ਗੁਰਬਾਣੀ ਦਾ ਜਾਪ ਪਾਠ ਹੋਇਆ ਹੈ। ਗੁਰਬਾਣੀ ਦਾ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਸਾਰਾ ਸੰਗਰਾਂਦ ਦਾ ਦਿਹਾੜਾ ਜਾਣ ਕੇ 12 ਮਹਾਂ ਸਿਰਲੇਖ ਹੇਠ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਰਾਹੀਂ ਜੋ ਇਹ ਉਪਦੇਸ਼ਮਈ ਬਾਣੀ ਉਚਾਰਨ ਹੋਈ ਹੈ, ਜਿਸ ਬਾਣੀ ਵਿੱਚ ਆਪ ਜੀ ਨੇ 12 ਮਹੀਨਿਆਂ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ, ਤੇ ਜਿਹੜਾ ਇਹ ਬਾਣੀ ਦਾ ਉਪਦੇਸ਼ ਮੰਨ ਲੈਦਾ ਉਹਦੇ ਜਿੰਨੇ ਮਹੀਨੇ ਹੈ, ਦਿਨ ਹੈ, ਸਾਲ ਸਾਰੇ ਸਫਲੇ ਹੋ ਜਾਂਦੇ, ਕਿਉਂਕਿ ਵਾਹਿਗੁਰੂ ਦੀ ਗੁਰੂ ਦੀ ਮਿਹਰ ਦੀ ਨਿਗਾਹ ਉਸ ਉੱਪਰ ਹੋ ਜਾਂਦੀ ਹੈ। ਸੋ ਐਸਾ ਇਹ ਬਾਣੀ ਦਾ ਪਾਠ ਵੀ ਸੰਪੂਰਨ ਹੋਇਆ ਹੈ, ਜੋ ਅੱਜ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਇਸ ਦੁਆਰਾ ਜੋ ਗੁਰੂ ਮਹਾਰਾਜ ਨੇ ਇਹ ਬਾਣੀ ਦੁਆਰਾ ਉਪਦੇਸ਼ ਦਿੱਤਾ ਹੈ, ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਇਸਦਾ ਆਪਾਂ ਹੁਣੇ ਦੁਆਰਾ ਪਾਠ ਸੁਣਿਆ ਹੈ। ਜਿਵੇਂ ਗੁਰੂ ਮਹਾਰਾਜ ਮਿਹਰ ਭਰਿਆ ਸਿਰ 'ਤੇ ਹੱਥ ਰੱਖ ਕੇ ਇਹ ਪਵਿੱਤਰ ਬਾਣੀ ਦੀ ਵਿਚਾਰ ਕਰਵਾਉਣਗੇ, ਆਪਾਂ ਰਲ ਮਿਲ ਕੇ ਬਾਣੀ ਦੀ ਵਿਚਾਰ ਕਰਕੇ ਲਾਹਾ ਲਵਾਂਗੇ ਤੇ ਬਾਣੀ 'ਤੇ ਅਮਲ ਕਰਕੇ ਇਹ ਮਹੀਨੇ ਨੂੰ ਵੀ ਸਫਲ ਤੇ ਹੀਲਾ ਬਣਾਵਾਂਗੇ। ਜਿਹੜਾ ਇਹ ਸਾਵਣ ਦਾ ਮਹੀਨਾ ਹੈ, ਇਹਦੇ ਦੁਆਰਾ ਸਤਿਗੁਰੂ ਜੀ ਨੇ ਕਿਹਾ ਵੀ ਸਾਵਣ ਸਰਸੀ ਕਾਮਣੀ। ਅੱਜ ਹੁਣ ਭਾਦੋ ਦਾ ਮਹੀਨਾ ਪ੍ਰਾਰੰਭ ਹੋ ਗਿਆ। ਹੁਣ ਪਹਿਲੇ ਸਾਵਣ ਦੇ ਵਿੱਚ ਕਿਹਾ ਸੀ ਵੀ ਜਿਹਦਾ ਚਰਨਾਂ ਕਮਲਾਂ ਨਾਲ ਪਿਆਰ ਹੈ, ਉਹ ਕਾਮਣੀ ਪ੍ਰਸੰਨ ਰਹਿੰਦੀ ਹੈ। ਉਹਦਾ ਮਨ ਤੇ ਤਨ ਵੀ ਸੱਚੇ ਨਾਮ ਵਿੱਚ ਰਤਾ ਰਹਿੰਦਾ ਹੈ। ਇੱਕ ਨਾਮ ਦਾ ਹੀ ਉਹਨੂੰ ਸਹਾਰਾ ਹੁੰਦਾ ਹੈ। ਜਿਹੜੇ ਮਾਇਕੀ ਆਨੰਦ ਹੈ ਨਾ, ਉਹਨੂੰ ਝੂਠੇ ਤੇ ਸੁਭਾਵਤ ਨਕੰਮੇ ਦਿਸਦੇ ਹਨ। ਵਾਹਿਗੁਰੂ ਦੇ ਨਾਮ ਅੰਮ੍ਰਿਤ ਰੂਪ ਜਿਹੜੀ ਬੂੰਦ ਹੈ, ਉਹ ਸੋਹਣੀ ਸੁਹਾਵਣੀ ਉਹਨੂੰ ਲੱਗਦੀ ਹੈ, ਤੇ ਸਾਧੂਆਂ ਨਾਲ ਮਿਲ ਕੇ ਉਹ ਇਹ ਨਾਮ ਅੰਮ੍ਰਿਤ ਦੀ ਜਿਹੜੀ ਬੂੰਦ ਹੈ ਉਸਨੂੰ ਛਕਦੀ ਹੈ, ਉਹਦਾ ਆਨੰਦ ਮਾਣਦੀ ਹੈ ਤੇ ਮਸਤ ਰਹਿੰਦੀ ਹੈ। ਅੱਜ ਹੁਣ ਇਹ ਭਾਦੋਂ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਹੁਣ ਦੂਜੇ ਪੱਖ ਦੁਆਰਾ ਸਤਿਗੁਰੂ ਕਹਿੰਦੇ, ਇੱਕ ਤਾਂ ਹੈ ਨਾ ਵੀ ਜਿਹਦਾ ਮਾਲਕ ਨਾਲ ਪਿਆਰ ਹੈ, ਯਾਨੀ ਪਰਮੇਸ਼ਰ ਨਾਲ ਗੁਰੂ ਨਾਲ ਪ੍ਰੇਮ ਪਿਆਰ ਹੈ, ਉਹ ਜਿਹੜੀ ਕਾਮਣੀ ਹੈ, ਉਹ ਕਿਹੜੀ ਅੰਦਰਲੀ ਕਾਮਣੀ, ਅੰਦਰਲੀ ਰੂਹ, ਅੰਦਰਲੀ ਜਿੰਦ ਜਾਨ ਵੀ ਉਹ ਪ੍ਰਸੰਨ ਰਹਿੰਦੀ ਹੈ, ਖੁਸ਼ ਰਹਿੰਦੀ ਹੈ, ਜਿਹਦਾ ਵਾਹਿਗੁਰੂ ਨਾਲ ਪਿਆਰ ਹੈ। ਜਿਵੇਂ ਜਿਹਦੇ ਨਾਲ ਕੋਈ ਵਿਆਹੀ ਬਰੀਏ ਦਿੱਤਾ, ਉਹਦੇ ਨਾਲ ਪ੍ਰੇਮ ਪਿਆਰ ਆ, ਫਿਰ ਤਾਂ ਉਹ ਪ੍ਰਸੰਨ ਹੈ ਨਾ, ਖੁਸ਼ ਹੈ। ਜੇ ਨਹੀਂ ਹੈਗਾ ਤੇ ਮਾਲਕ ਕੋਲੋਂ ਬਾਹਰੀ ਹੈ, ਫਿਰ ਉਹ ਦੁਹਾਗਣ ਵੀ ਕਹਾਉਂਦੀ, ਛੁੱਟੜ ਵੀ ਕਹਾਉਂਦੀ ਹੈ ਤੇ ਦੁਖੀ ਵੀ ਰਹਿੰਦੀ ਹੈ। ਫਿਰ ਉਹ ਆਪਣੇ ਭਾਵੇਂ ਸਰੀਰ 'ਤੇ ਆਮ ਤਾਂ 16 ਸ਼ਿੰਗਾਰ ਮੰਨੇ ਗਏ ਵੀ 16 ਬੁਗਾਰ ਤੋਂ ਬਗੈਰ ਹੋਰ ਲੱਖਾਂ ਬਹੁਤੇ ਹੀ। ਤੇ ਅੱਜ ਕੱਲ੍ਹ ਬਹੁਤਾ ਫੈਸ਼ਨ ਹੁੰਦਾ ਹੈ ਨਾ, ਬਿਊਟੀ ਪਾਰਲਰ ਦੇ ਬਣੇ ਹੋਏ, ਇੱਥੇ ਜਾ ਕੇ ਪਤਾ ਲੱਗਦਾ ਹੈ ਵੀ ਕਿਵੇਂ ਆ ਸ਼ਿੰਗਾਰ ਲਾਇਆ ਜਾਂਦਾ ਹੈ। 5000 ਦਾ ਜਿਹੜਾ ਫੈਸ਼ਨ ਆ ਵੱਖਰਾ, 10,000 ਦਾ ਵੱਖਰਾ ਹੈ, 20,000 ਵਾਲਾ ਵੱਖਰਾ ਹੈ, 50,000 ਵਾਲਾ ਵੀ ਫੈਸ਼ਨ, ਲੱਖ ਵਾਲਾ ਵੀ ਫੈਸ਼ਨ ਹੈਗਾ ਹੈ, ਸ਼ਿੰਗਾਰ ਹੈਗਾ ਹੈ।
ਇਸ ਕਰਕੇ ਮਹਾਰਾਜ ਨੇ ਲੱਖ ਸ਼ਿੰਗਾਰ ਬਣਾਇਆ ਕਿ ਵੀ ਬਹੁਤਾ ਸ਼ਿੰਗਾਰ, ਬਹੁਤਾ ਫੈਸ਼ਨ, ਹੱਦੋਂ ਬਾਹਰੋਂ ਵੀ ਇਹ ਕਰ ਲਿਆ ਜਾਵੇ। ਪਰ ਜੇ ਮਾਲਕ ਦੀ ਪ੍ਰਸੰਨਤਾ ਹੈ ਨਹੀਂ ਹੈ ਤੇ ਕਿਸੇ ਕੰਮ ਨਹੀਂ। ਉਹਦਾ ਲੱਖਾਂ ਸ਼ਿੰਗਾਰ, ਭਾਵੇਂ ਹਜ਼ਾਰਾਂ ਰੁਪਈਆਂ ਦਾ ਫੈਸ਼ਨ ਕੀਤਾ ਹੋਏ, ਜੇ ਮਾਲਕ ਹੀ ਨਹੀਂ ਖੁਸ਼ ਹੈਗਾ ਤੇ ਫਿਰ ਕਿਸ ਕੰਮ ਕਰਿਆ? ਤਾਂ ਮਾਲਕ ਦੀ ਖੁਸ਼ੀ ਵਾਸਤੇ ਸੀ ਨਾ, ਉਹ ਹੈ ਨਹੀਂ ਹੈ। ਇਵੇਂ ਇਹ ਜਰਾ ਵੀ ਲੱਖਾਂ ਸ਼ਿੰਗਾਰ ਕੀ ਲੱਖਾਂ ਸਾਧਨ ਹੈ। ਕੋਈ ਜਲ ਧਾਰੇ ਕਰੀ ਜਾਂਦਾ ਹੈ, ਕੋਈ ਧੂਣੇ ਤਾਪੀ ਜਾਂਦਾ ਹੈ, ਕੋਈ ਭੁੱਖਾ ਤੇ ਆਇਆ ਰੱਖ ਕੇ ਵਰਤ ਰੱਖੀ ਜਾਂਦਾ, ਭੁੱਖਾ ਤੇ ਆਇਆ ਮਰੀ ਜਾਂਦਾ, ਕੋਈ ਪੁੱਠਾ ਲੜਕੀ ਜਾਂਦਾ ਹੈ, ਕੋਈ ਪਾਣੀ ਵਿੱਚ ਬੈਠਾ ਹੈ, ਕੋਈ ਜੰਗਲਾਂ ਵਿੱਚ ਜਾਇਆ ਬੈਠਾ ਭੁੱਖਾ ਤੇ ਆਇਆ ਮਰਦਾ ਹੈ। ਇਸ ਤਰ੍ਹਾਂ ਕੋਈ ਯੋਗ ਸਾਧਨ ਕਰਦਾ, ਕੋਈ ਤਰਾਟਕ ਸਾਧਨ ਕਰਦਾ, ਕੋਈ ਘੋਰ ਮੰਤਰ ਸਾਧਦਾ ਹੈ। ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਸਾਧਨ ਕਰਨੇ ਨੇ, ਸਮਝੋ ਇਹ ਵੀ ਬਹੁਤੇ ਸ਼ਿੰਗਾਰ ਵਾਂਗ ਵੀ ਹੈ। ਵੀ ਇਹ ਸਾਰੇ ਕਰ ਲਏ, ਸਾਧਨ ਕਰ ਲਏ, ਪਰ ਜੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ, ਉਹਦੀ ਪ੍ਰਸੰਨਤਾ ਨਹੀਂ ਹੈ, ਫਿਰ ਕਿਸ ਕੰਮ? ਸਾਰੇ ਇਹਦੇ ਸਾਧਨ ਕੀਤੇ ਹੋਏ ਨਿਸ਼ਫਲ ਨਿਕੰਮੇ, ਸਗੋਂ ਇਹਨੂੰ ਦੁੱਖਾਂ ਦਾ ਮਾਰਨ ਬਣਦੇ, 84 ਲੱਖ ਜੂਨ ਵਿੱਚ ਪਾਉਣ ਦਾ ਕਾਰਨ ਸਬਬ ਬਣਦੇ। ਇਸ ਕਰਕੇ ਮਹਾਰਾਜ ਨੇ ਕਿਹਾ ਭਾਦੋਏ ਭਰਮ ਭੁਲਾਣੀਆਂ। ਭਾਦੋਏ, ਭਾਦੋ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਕਿ ਜਿਹੜੀਆਂ ਕਾਮਣੀਆਂ ਭਰਮਾਂ ਵਿੱਚ ਪੈ ਕੇ ਭੁੱਲ ਜਾਂਦੀਆਂ ਵੀ ਆਪਣਾ ਮਾਲਕ ਨਹੀਂ ਹੈ ਠੀਕ ਠਾਕ, ਆਪਣੇ ਮਾਲਕ ਨੂੰ ਛੱਡ ਕੇ ਦੂਜਾ ਲੱਗਾ ਹੈ, ਦੂਜਿਆਂ ਨਾਲ ਕਹਿੰਦੇ ਹੇਤ ਲੱਗਾ ਹੈ, ਦੂਜਿਆਂ ਨੂੰ ਮਾਨ ਸਮਝੀ ਹੈ, ਆਪਣੇ ਮਾਲਕ ਨੂੰ ਨਿਕੰਮਾ ਸਮਝਦੀ ਹੈ, ਆਪਣੇ ਮਾਲਕ ਦੇ ਆਖੇ ਵੀ ਨਹੀਂ ਲੱਗਦੀ। ਫਿਰ ਕਹਿੰਦੇ ਉਹ ਭਰਮਾਂ ਵਿੱਚ ਭੁੱਲ ਕੇ ਭਟਕਦੀ ਹੈ, ਦੁਖੀ ਹੁੰਦੀ ਹੈ। ਇਹ ਤਾਂ ਜਾਨੀ ਬਾਹਜ ਸੁਖੱਲਾ ਸਮਝਣ ਵਾਸਤੇ ਮਹਾਰਾਜ ਨੇ ਇਹ ਪ੍ਰਵਾਨ ਲਿਆ ਹੈ ਵੀ ਐਵੇਂ ਜਿਹੜਾ ਪਰਮੇਸ਼ਰ ਵਾਹਿਗੁਰੂ ਨੂੰ ਗੁਰੂ ਛੱਡ ਕੇ ਜਿਸ ਰੂਹ ਦਾ ਹੋਰ ਨਾਲ ਪ੍ਰੇਮ ਲੱਗਾ ਹੋਇਆ, ਯਾਨੀ ਹੋਰ ਜਿਹੜੇ ਦੇਵੀ ਦੇਵਤੇ ਹਨ ਉਹਨਾਂ ਨਾਲ ਪ੍ਰੇਮ ਹੈ। ਕਹਿੰਦੇ ਉਹ ਭਰਮਾਂ ਵਿੱਚ ਪੈ ਕੇ ਭੁੱਲੀ ਹੋਈ ਹੈ ਤੇ ਭਟਕਦੀ ਹੈ, ਦੁਖੀ ਹੁੰਦੀ ਹੈ। ਹੁਣ ਅਸੀਂ ਸਾਰੇ ਜਾਣਦੇ ਹਾਂ ਵੀ ਆ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਹੈ ਕਿਸੇ ਦੇਵੀ ਦੇਵਤੇ ਤਾਂ ਨਹੀਂ ਬਣਾਇਆ ਹੈ। ਸਾਨੂੰ ਸਾਰਿਆਂ ਨੂੰ ਸੋਝੀ ਹੈ ਵੀ ਇਹ ਮਨੁੱਖਾ ਸਰੀਰ ਜਿਹੜਾ ਹੈ ਇਹ ਪਰਮੇਸ਼ਰ ਨੇ ਪੰਜਾਂ ਤੱਤਾਂ ਰਾਹੀਂ ਮਾਤਾ ਦੇ ਪੇਟ ਰਾਹੀਂ 9 ਮਹੀਨਿਆਂ ਵਿੱਚ ਸਾਜਿਆ ਹੈ। ਇਹ ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਇਹ ਬਾਣੀ ਵਿੱਚ ਲਿਖਿਆ ਵੀ ਪਹਿਲਾਂ ਪੰਜਾਂ ਤੱਤਾਂ ਦਾ ਰਾਹੀਂ ਸਰੀਰ ਸਾਜਿਆ ਪਰਮੇਸ਼ਰ ਨੇ ਮਾਤਾ ਦੇ ਸਰੀਰ ਅੰਦਰ, ਫਿਰ ਇਹਦੇ ਵਿੱਚ ਕਹਿੰਦੇ ਜੀ ਪਾਇਆ, ਜਿੰਦ ਪਾਈ ਹੈ। ਜੇ ਭਲਾ ਹੁਣ ਕੋਈ ਕਹੇ ਵੀ ਰੱਬ ਨੇ ਕਿਵੇਂ ਸਰੀਰ ਬਣਾਇਆ, ਇਹ ਤਾਂ ਮਾਂ ਦੇ ਪੇਟ ਬਣਦਾ ਹੈ, ਤੇ ਕੋਈ ਮਾਂ ਬਣਾਉਂਦੀ ਹੈ ਕੋਈ ਬਾਂਹ, ਕੋਈ ਪੈਰ, ਨੱਕ, ਬੁੱਲ, ਅੱਖ, ਕੰਨ। ਇਹ ਮੰਨਣਾ ਹੀ ਪਊਗਾ ਨਾ, ਜਿਹਦੇ ਆਸਰੇ ਸਾਡਾ ਸਰੀਰ ਚੱਲ ਰਿਹਾ ਨਾ, ਉਹੀ ਉਹਦੀ ਕਲਾ ਵਰਤੀ ਅੰਦਰ, ਉਹਦੇ ਰਾਹੀਂ ਸਰੀਰ ਦੀ ਬਣਤਰ ਮਾਤਾ ਦੇ ਪੇਟ ਵਿੱਚ ਬਣਦੀ ਹੈ ਬੱਚੇ ਦੀ। ਕੋਈ ਮਾਂ ਪਿਓ ਨਹੀਂ ਕਿਸੇ ਸਰੀਰ ਦੇ ਬੱਚੇ ਦਾ ਕੋਈ ਅੰਗ ਬਣਾਉਂਦਾ, ਕੋਈ ਮਾਸ ਨਹੀਂ ਬਣਾਉਂਦਾ, ਹੱਡੀਆਂ ਨਹੀਂ ਬਣਾਉਂਦਾ, ਲਹੂ ਨਹੀਂ ਬਣਾਉਂਦਾ ਹੈ, ਚਰਬੀ ਨਹੀਂ ਬਣਾਉਂਦੀ ਹੈ, ਬਿੰਦ ਨਹੀਂ ਬਣਾਉਂਦਾ, ਲਹੂ ਨਹੀਂ ਬਣਾਉਂਦਾ ਹੈ, ਕੁਛ ਨਹੀਂ।
ਸਾਰਾ ਕੁਛ ਪਰਮੇਸ਼ਰ ਇੱਕ ਪਰਦੇ ਵਿੱਚ ਇਹ ਕਰਦਾ ਕਰਾਉਂਦਾ ਹੈ, ਪਰ ਮਨੁੱਖ ਨੂੰ ਭਰਮ ਭੁਲੇਖਾ ਪੈਂਦਾ ਹੈ ਵੀ ਇਹ ਅਸੀਂ ਬਣਾਇਆ ਹੈ। ਜੇ ਪੁੱਛ ਲਓ ਵੀ ਤੂੰ ਕੀ ਬਣਾਇਆ ਇਹਦਾ, ਪਿਓ ਨੂੰ ਪੁੱਛ ਲੈ ਵੀ ਤੂੰ ਆਪਣੇ ਬੱਚੇ ਦਾ ਕੀ, ਮਾਂ ਨੂੰ ਪੁੱਛ ਲੈ ਵੀ ਤੂੰ ਕੀ ਬਣਾਇਆ, ਕੱਖ ਵੀ ਨਹੀਂ ਬਣਾਇਆ। ਤੇ ਜੇ ਐਸਾ ਹੈਗਾ ਹੈ ਫਿਰ ਬਾਹਰ ਬਣਾ ਲੈਣ ਇਹ ਦੋਵੇਂ ਰਲ ਕੇ। ਇੱਕ ਵਾਲ ਨਹੀਂ ਬਣ ਸਕਦਾ ਇਹ ਦੋਹਾਂ ਤੋਂ ਸਾਰੀ ਜ਼ਿੰਦਗੀ ਜ਼ੋਰ ਲਾ ਲੈਣਾ ਹੈ, ਬਾਕੀ ਸਰੀਰ ਤਾਂ ਕਿਧਰੇ ਰਹੇਗਾ। ਜਿੰਨੇ ਮਾਂ ਪਿਓ ਕੋਈ ਆਪਣਾ ਕਹਿੰਦੇ ਨਾ ਸਾਡਾ ਬਣਾ ਹੈ, ਸਾਡਾ ਬੱਚਾ ਹੈ, ਇਹਨਾਂ ਨੂੰ ਕਹੋ ਵੀ ਤੁਸੀਂ ਜੇ ਤੁਹਾਡਾ ਤੁਸੀਂ ਬਣਾਇਆ ਤੇ ਫਿਰ ਬਣਾ ਕੇ ਦਿਓ ਇੱਕ ਰੋਮ ਵੀ, ਫਿਰ ਮਰੇ ਵਿੱਚ ਤੁਸੀਂ ਸਾਹ ਪਾ ਕੇ ਦਿਖਾਓ ਜੇ ਤੁਹਾਡਾ ਬਣਾਇਆ। ਇਸ ਕਰਕੇ ਬਾਣੀ ਵੀ ਤਾਂ ਸੱਚ ਹੈ, ਭਰਮ ਭੁਲੇਖੇ ਕੱਢੇ ਪਏ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਆ ਜਿਹੜਾ ਬਾਣੀ ਭਾਦੋਂ ਦੁਆਰਾ ਕਿਹਾ ਨਾ, ਉਹਨਾਂ ਨੇ ਕਿਹਾ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਇਹ ਪਹਿਲਾ ਪਿੰਡ ਸਾਜਿਆ, ਸਰੀਰ ਬਣਾਇਆ ਹੈ, ਫਿਰ ਇਹ ਸਰੀਰ ਦੇ ਵਿੱਚ ਜੀ ਪਾਇਆ, ਜਾਨ ਪਾਈ ਹੈ। ਇਹ ਸਰੀਰ ਦੀ ਪਾਲਣਾ ਪੋਸ਼ਣਾ ਵਾਸਤੇ ਪਰਮੇਸ਼ਰ ਨੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਬਸਤਰ ਪਹਿਨਣ ਵਾਸਤੇ ਇਹਨੂੰ ਬਖਸ਼ੇ ਹੈ, ਤੇ ਤਰ੍ਹਾਂ ਤਰ੍ਹਾਂ ਦੇ ਇਹਨੇ ਭੋਜਨ ਬਖਸ਼ੇ ਹੈ। ਸਪਸ਼ਟ ਦੇਖ ਲਓ ਵੀ ਜਦੋਂ ਬੱਚੇ ਨੇ ਪੈਦਾ ਹੋਣਾ ਹੁੰਦਾ, ਉਹਨੂੰ ਕੁਝ ਸਮਾਂ ਪਹਿਲਾਂ ਮਾਤਾ ਦੇ ਅਸਥਾਨਾਂ ਦੇ ਵਿੱਚ ਦੁੱਧ ਆ ਜਾਂਦਾ ਹੈ, ਪਹਿਲਾਂ ਬਿਲਕੁਲ ਨਹੀਂ ਹੁੰਦਾ ਹੈ। ਜਦੋਂ ਬੱਚੇ ਨੇ ਪੈਦਾ ਹੋਣਾ ਉਸ ਤੋਂ ਪਹਿਲਾਂ ਕੁਝ ਮਿੰਟ ਅਸਥਾਨਾਂ ਵਿੱਚ ਦੁੱਧ ਆਊ, ਜਾਣੀ ਉਹ ਜਿਹਨੇ ਪੈਦਾ ਹੋਣਾ ਨਾ, ਬਾਹਰ ਆਉਣਾ, ਉਹਦੇ ਵਾਸਤੇ ਦੁੱਧ ਦਾ ਬੰਦੋਬਸਤ ਪਹਿਲਾਂ ਪਰਮੇਸ਼ਰ ਕਰਦਾ ਹੈ। ਭਲਾ ਮਾਂ ਦੁੱਧ ਬਣਾਉਂਦੀ ਹੈ? ਇਹ ਤਾਂ ਅਸਥਾਨਾਂ ਵਿੱਚ ਆਉਂਦਾ ਹੈ ਤੇ ਆਸਣਾ ਰਾਹੀਂ ਉਹ ਦੁੱਧ ਦਾ ਬੰਦੋਬਸਤ ਪਰਮੇਸ਼ਰ ਕਰਦਾ ਹੈ। ਪਰ ਦੋਵਾਂ ਜੀਆਂ ਨੂੰ ਭਰਮ ਵਿੱਚ ਪੈ ਕੇ ਭੁਲੇਖਾ ਪੈਂਦਾ ਹੈ ਵੀ ਸ਼ਾਇਦ ਅਸੀਂ ਹੈ। ਆ ਮਹਾਰਾਜ ਨੇ ਭਾਦੋਂ ਦੇ ਮਹੀਨਿਆਂ ਦੁਆਰਾ ਭਰਮ ਕੱਢਿਆ ਸਾਰਾ, ਵੀ ਜਿਹੜੇ ਭਰਮਾਂ ਵਿੱਚ ਪੈ ਕੇ ਭੁੱਲ ਜਾਂਦੇ ਉਹ ਦੁਖੀ ਹੁੰਦੇ ਹੈ, ਜਿਹੜੇ ਭਰਮਾਂ ਵਿੱਚ ਪੈ ਕੇ ਰੱਬ ਨੂੰ ਛੱਡ ਕੇ ਹੋਰ ਨੂੰ ਮੱਜਣ ਪੂਜਣਗੇ ਉਹ ਵੀ ਦੁਖੀ ਹੋਣਗੇ। ਇਹ ਸਪਸ਼ਟ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਸਿੱਧਨਾਥ ਇਕੱਠੇ ਹੋ ਕੇ ਆ ਗਏ। ਕਹਿੰਦੇ ਜੀ ਤੁਸੀਂ ਕਿਹਨੂੰ ਪੂਜਦੇ ਹੋ? ਕਹਿੰਦੇ ਵੀ ਸਾਡਾ ਸ਼ਬਦ ਗੁਰੂ ਹੈ ਤੇ ਅਸੀਂ ਨਾਮ ਦੇ ਪੁਜਾਰੀ ਹਾਂ, ਨਾਮ ਦੀ ਪੂਜਾ ਕਰਦੇ ਹਾਂ, ਤੇ ਸਾਡਾ ਇਸ਼ਟ ਹੈਗਾ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਮਹਾਰਾਜ ਤੁਸੀਂ ਹੋਰ ਨੂੰ ਪੂਜ ਲਿਆ ਕਰੋ, ਮੰਨ ਲਿਆ ਕਰੋ, ਹੋਰ ਵੀ ਪੂਜਣ ਯੋਗ, ਹੋਰ ਵੀ ਮੰਨਣ ਯੋਗ ਹੈਗੇ ਹੈ, ਬਹੁਤ ਥਾਂ ਹੈਗੇ ਹੈ। ਮਹਾਰਾਜ ਕਹਿੰਦੇ ਵੀ ਹੋਰ ਪਰਮੇਸ਼ਰ ਤੋਂ ਬਗੈਰ ਪੂਜਣ ਯੋਗ ਤੇ ਮੰਨਣ ਯੋਗ ਕਿਹੜੇ ਥਾਂ ਹੈ? ਕਹਿੰਦੇ ਜੀ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੋਇਆ ਹੈ, ਕਈ ਤਰ੍ਹਾਂ ਦੇ ਅਸਥਾਨ ਪੂਜਣ ਯੋਗ ਹੈਗੇ ਹੈ। ਮਹਾਰਾਜ ਕਹਿੰਦੇ ਤੁਸੀਂ ਦੱਸੋ। ਕਹਿੰਦੇ ਮਹਾਰਾਜ ਸਪਸ਼ਟ ਸੰਸਾਰ ਵਿੱਚ ਤੁਸੀਂ ਇੱਧਰ ਉੱਧਰ ਵਿਚਰੋ, ਦਿਸਦਾ ਹੀ ਹੈ। ਆ ਜੰਗਲਾਂ ਵਿੱਚ ਜਾਈਏ, ਕਹਿੰਦੇ ਵੱਟ ਵੱਡੇ ਬੜੇ ਬਣੇ ਹੋਣੇ ਪਏ ਹੈ, ਤੇ ਜੇ ਸ਼ਮਸ਼ਾਨ ਭੂਮਿਕਾ ਦੇ ਵਿੱਚ ਜਾਈਏ ਉੱਥੇ ਮਟੀਆਂ ਬਥੇਰੀਆਂ ਬਣੀਆਂ, ਉੱਥੇ ਬਹੁਤ ਲੋਕ ਮਟੀਆਂ ਨੂੰ ਪੂਜਦੇ ਹੈ। ਜੰਗਲਾਂ ਵਿੱਚ ਮੱਟ ਬਣੇ ਹੋਏ, ਉੱਥੇ ਲੋਕ ਮੱਟਾਂ ਨੂੰ ਮੱਥਾ ਟੇਕਦੇ ਹੈ। ਮਹਾਰਾਜ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ,
ਮੜਾ ਮਸਾਣ ਨਾ ਜਾਈ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਹੈ। ਭਰਮ ਭੁਲੇਖੇ ਕੱਢਦੇ ਹੈ, ਪਰ ਜਿਨ੍ਹਾਂ ਨੂੰ ਭਰਮ ਭੁਲੇਖਾ ਪਿਆ ਉਹ ਇੱਥੇ ਜ਼ਰੂਰ ਜਾ ਕੇ ਮੱਥਾ ਮਾਰਨਗੇ, ਮੱਥੇ ਰਗੜਨਗੇ। ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਭੁਲੇਖੇ ਕੱਢੇ ਵੀ ਨਹੀਂ। ਪੂਜਣਾ ਤਾਂ ਅਕਾਲ ਪੁਰਖ ਨੂੰ ਪੂਜੋ, ਮੱਥਾ ਟੇਕਣਾ ਤਾਂ ਅਕਾਲ ਪੁਰਖ ਨੂੰ ਟੇਕੋ, ਜੇ ਜਪਣਾ ਤਾਂ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰਸਤੇ 'ਤੇ ਚੱਲੇ ਉਹ ਭਗਤ ਵੀ ਹੋਰਨਾਂ ਦੀਆਂ ਮੰਨਤਾਂ ਪੂਜਾ ਛੱਡ ਗਏ। ਭਗਤ ਨਾਮਦੇਵ ਜੀ ਦੇ ਕੋਲ ਵੀ ਕੋਈ ਇਹੋ ਜਿਹਾ ਆ ਗਿਆ ਸੀ, ਕਹਿੰਦਾ ਵੀ ਤੁਸੀਂ ਸਾਰੀ ਦਿਹਾੜੀ ਰਾਮ ਰਾਮ ਦੀ ਲਟ ਲਾਈ ਹੈ, ਤੁਸੀਂ ਹੋਰ ਨੂੰ ਵੀ ਜਪ ਲਿਆ ਕਰੋ। ਕਹਿੰਦੇ ਹੋਰੋਂ ਤੋਂ ਰੱਬ ਤੋਂ ਰਾਮ ਤੋਂ ਬਗੈਰ ਕਿਹੜਾ ਮਾਨ ਹੈ। ਕਹਿੰਦੇ ਭੈਰੋਂ ਹੈਗਾ ਹੈ, ਭੂਤ ਵੀ ਹੈਗੇ ਹੈ, ਆ ਦੇਵੀ ਦੇਵਤੀਆਂ ਵੀ ਦੇਵੀਆਂ ਵੀ ਹੈਗੀਆਂ ਹਨ। ਭਗਤ ਨਾਮਦੇਵ ਜੀ ਕਹਿੰਦੇ ਵੀ ਨਹੀਂ, ਮੈਂ ਨਹੀਂ ਇਹਨਾਂ ਨੂੰ ਮੰਨਣਾ, ਮੈਂ ਨਹੀਂ ਇਹਨਾਂ ਨੂੰ ਮੱਥਾ ਟੇਕਣਾ ਹੈ। ਕਹਿੰਦੇ ਜੇ ਭਲਾ ਮੱਥਾ ਟੇਕਦੇ ਹੋ ਫਿਰ ਤੈਨੂੰ ਕੀ ਘਾਟਾ ਪੈ ਜਾਊਗਾ। ਆਹ ਦੁਨੀਆ ਦੇ ਲੋਕ ਭੈਰੋਂ ਨੂੰ ਮੰਨੀ ਜਾਂਦੇ ਆ। ਭਗਤ ਨਾਮਦੇਵ ਤੂੰ ਜੇ ਭੈਰੋਂ ਨੂੰ ਮੱਥਾ ਟੇਕ ਦੇਗਾ ਤੈਨੂੰ ਕੀ ਨੁਕਸਾਨ ਹੋ ਜਾਊਗਾ। ਹੁਣ ਭਗਤ ਦੀ ਅੱਖ ਖੁੱਲੀ ਸੀ, ਭਰਮ ਭੁਲੇਖੇ ਨਿਕਲੇ ਸੀ ਨਾਮਦੇਵ ਦੀ। ਉਹ ਕਹਿੰਦਾ ਬਹੁਤ ਵੱਡਾ ਨੁਕਸਾਨ ਹੋ ਜਾਊਗਾ ਜੇ ਮੈਂ ਭੈਰੋਂ ਨੂੰ ਮੰਨ ਲਿਆ, ਭੈਰੋਂ ਨੂੰ ਮੱਥਾ ਟੇਕਦਾ। ਕਹਿੰਦੇ ਕੀ ਹੋ ਜਾਊਗਾ। ਕਹਿੰਦੇ ਜੇ ਮੈਂ ਭੈਰੋਂ ਨੂੰ ਮੰਨ ਲਿਆ, ਮੱਥਾ ਟੇਕ ਲਿਆ, ਮਰ ਕੇ ਮੈਂ ਭੈਰੋਂ ਬਣੂਗਾ। ਜੇ ਕਹਿੰਦੇ ਮੇਰੀ ਉਪਾਸਨਾ ਅਧੂਰੀ ਰਹਿ ਗਈ ਫਿਰ ਮੈਨੂੰ ਕੁੱਤਾ ਬਣਨਾ ਪਊਗਾ, ਕਿਉਂਕਿ ਭੈਰੋਂ ਕੁੱਤੇ ਤੇ ਚੜ੍ਹਦਾ ਹੈ। ਆ ਜਿਹੜੇ ਕਾਲੇ ਜਿਹੇ ਕੁੱਤੇ ਹੁੰਦੇ, ਲਾਲ ਜਿਹੇ ਮੂੰਹ ਵਾਲੇ ਹੁੰਦੇ, ਕਾਲੇ ਮੂੰਹ ਵਾਲੇ, ਇਹਨਾਂ ਨੂੰ ਜਿਹੜੇ ਭੈਰੋਂ ਦੇ ਛਿਲੇ ਕੱਢਣ ਵਾਲੇ ਨਾ ਉਹਨਾਂ ਨੂੰ ਰੋਟੀਆਂ ਪਾਉਂਦੇ ਹੁੰਦੇ ਆ, ਉਹਨੂੰ ਟੁੱਕ ਪਾਉਂਦੇ ਹੁੰਦੇ। ਅਤੇ ਜਿਨ੍ਹਾਂ ਨੇ ਭੈਰੋਂ ਪੁਰੂ ਸਿੱਧ ਵੀ ਕੀਤਾ ਹੁੰਦਾ ਨਾ, ਜਦੋਂ ਸਿੱਧ ਹੋਇਆ ਹੁੰਦਾ, ਜਦੋਂ ਕਿਸੇ ਨੂੰ ਨੁਕਸਾਨ ਪਾਉਣਾ ਕਰਨਾ ਹੋਵੇ ਉਦੋਂ ਕਾਲੇ ਕੁੱਤੇ ਹੀ ਆਉਂਦੇ ਹੁੰਦੇ, ਮਗਰ ਪੈਂਦੇ ਹੁੰਦੇ ਆ। ਉਦੋਂ ਜਿਨ੍ਹਾਂ ਨੂੰ ਪਤਾ ਨਾ ਵੀ ਕੁਛ ਗੱਡੀਆਂ ਗੁੱਡੀਆਂ ਦੇ ਉੱਪਰ ਜਦੋਂ ਅਸੀਂ ਜਾਂਦੇ ਹਾਂ ਅਤੇ ਕਾਲੇ ਮੂੰਹ ਵਾਲੇ ਕੁੱਤੇ ਟੁੱਟ ਟੁੱਟ ਪੈਂਦੇ ਉਹ ਗੱਡੀ ਨੂੰ, ਉਹ ਕੋਈ ਨਾ ਕੋਈ ਜਿਹੜਾ ਭੈਰੋਂ ਨੂੰ ਮੰਨਣ ਵਾਲਾ ਹੁੰਦਾ ਉਹਦਾ ਕੋਈ ਇਹ ਛੱਡਿਆ ਹੁੰਦਾ ਇਹੋ ਜਿਹਾ। ਉਹ ਭੂੰ ਭੂੰ ਜਿਹਾ ਕਰੀ ਜਾਂਦੇ, ਹੁੰਦਾ ਉਹਦਾ ਤਾਂ ਕੁਛ ਨਹੀਂ ਹੈ, ਐਵੇਂ ਭੌਂਕਦੇ ਹੀ ਹੁੰਦੇ ਹੈ, ਡਰਾਉਂਦੇ ਹੀ ਹੁੰਦੇ ਹੈ। ਗੁਰੂ ਕੇ ਸਿੱਖ ਦੇ ਉੱਪਰ ਉਹਦਾ ਕੋਈ ਅਸਰ ਨਹੀਂ ਹੁੰਦਾ ਹੈ, ਨਾ ਦੇਵੀਆਂ ਦਾ ਅਸਰ ਹੁੰਦਾ ਹੈ। ਹੁਣ ਜੇ ਕੋਈ ਕਹੋਗੇ ਦੇਵੀ ਦਾ ਅਸਰ ਕਿਉਂ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਕਲਕੱਤੇ ਗਏ ਆ ਨਾ, ਉਹ ਜਿੱਥੇ ਕਾਲੀ ਘਾਟ ਗੁਰਦੁਆਰਾ ਬਣਿਆ ਹੈ, ਕਾਲੀ ਦਾ ਮੰਦਰ ਬਣਿਆ ਹੈ, ਹੁਣ ਰਾਜਾ ਕਾਲੀ ਨੂੰ ਮੰਨਣ ਵਾਲਾ ਸੀ, ਦੇਵੀ ਨੂੰ ਮੰਨਣ ਵਾਲਾ ਸੀ। ਹੁਣ ਮਾਈ ਮਰਦਾਨਾ ਅਤੇ ਭਾਈ ਬਾਲਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੈ। ਰਾਜਾ ਜਿੱਧਰ ਮਹਾਰਾਜ ਬੈਠੇ ਸੀ ਨਾ, ਉੱਧਰ ਕਿਤੇ ਉਹ ਵਿਚਰਦਾ ਹੋਇਆ ਆ ਗਿਆ। ਉਹਨੇ ਦੇਖਿਆ ਵੀ ਇਹ ਬਾਹਰਲੇ ਸੂਬੇ ਦੇ ਬੰਦੇ ਲੱਗਦੇ ਆ। ਬਹੁਤ ਖੁਸ਼ ਹੋਇਆ ਰਾਜਾ। ਵਜ਼ੀਰਾਂ ਨੂੰ, ਅਹਿਲਕਾਰਾਂ ਨੂੰ ਕਹਿੰਦਾ ਵੀ ਆਹ ਬਈ ਆਪਾਂ ਨੂੰ ਕਾਲੀ ਦੇਵੀ ਦੀ ਬਲੀ ਦੇਣ ਵਾਸਤੇ ਬਹੁਤ ਵਧੀਆ ਕਹਿੰਦੇ ਭੇਟਾ ਮਿਲੀ ਹੈ, ਇੱਕ ਨੂੰ ਫੜੋ ਅਤੇ ਦੇਵੀ ਦੀ ਆਪਾਂ ਇਹਨੂੰ ਬਲੀ ਚੜਾਓ। ਅਤੇ ਭਾਈ ਬਾਲਾ ਜੀ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿਰ 'ਤੇ ਉਹ ਚੌਰ ਕਰ ਰਹੇ ਸੀ। ਮਰਦਾਨਾ ਤਾਂ ਥੋੜ੍ਹਾ ਜਿਹਾ ਮਰੇਡਾ ਜਿਹਾ ਸੀਗਾ, ਭਾਈ ਬਾਲਾ ਥੋੜ੍ਹਾ ਜਿਹਾ ਤਕੜਾ ਸੀ, ਉਮਰ ਵਿੱਚ ਵੀ ਵੱਡਾ ਸੀ, ਉਂਝ ਵੀ ਸਰੀਰ ਦੇ ਐਕਸਪਰਟ ਸੀ। ਉਹ ਭਾਲੀ ਵਾਲਾ ਦੀ ਨੂੰ ਫੜ ਲਿਆ ਉਹਨਾਂ ਨੇ। ਅਤੇ ਜਦੋਂ ਉਹ ਦੇਵੀ ਦੇ ਕੋਲ ਕਾਲੀ ਕੋਲ ਲਗਾਏ ਨਾ, ਅਤੇ ਮਰਦਾਨਾ ਮਹਾਰਾਜ ਦੀਆਂ ਮਿੰਨਤਾਂ ਕਰੇ, ਮਹਾਰਾਜ ਤੁਹਾਡਾ ਸੇਵਕ ਹੈ, ਤੁਹਾਡਾ ਚੌਰ ਵਰਦਾਰ ਹੈ, ਇਹਨੂੰ ਬਚਾ ਲਓ ਮਹਾਰਾਜ,
ਇਹਨਾਂ ਨੇ ਮਾਰਾ ਇਹਨੂੰ ਸਿਰਜਾ ਵੱਢ ਕੇ ਮਾਰ ਦੇਣਾ। ਮਹਾਰਾਜ ਕਹਿੰਦੇ ਤੂੰ ਰੱਬ ਦੇ ਦੰਗ ਦੇ ਕੌਤ ਚੋਜ ਦੇਖ, ਰੱਬ ਦੇ ਮਰਦਾਨਿਆ ਕੁਛ ਨਹੀਂ ਹੁੰਦਾ। ਕਹਿੰਦਾ ਰੱਬ ਦੇ ਚੋਜ ਕੀ ਦੇਖੂ ਮਹਾਰਾਜ, ਇਹਨੂੰ ਮਾਰ ਦੇਣਾ। ਤੇ ਤੁਹਾਡਾ ਸਾਥੀ ਮੇਰਾ ਵੀ ਸਾਥੀ ਹੈ, ਤੁਸੀਂ ਇਹਨੂੰ ਬਚਾਓ ਮਹਾਰਾਜ ਜਿਵੇਂ ਬਚਦਾ ਹੈ। ਮਹਾਰਾਜ ਫਿਰ ਕਹਿੰਦੇ ਮਰਦਾਨਿਆ ਤੂੰ ਰੰਗ ਰੱਬ ਦੇ ਰੰਗ ਦੇਖ। ਤੇ ਮਰਦਾਨਾ ਫਿਰ ਰਹਿ ਨਹੀਂ ਸਕਿਆ ਹੈ, ਭਾਈ ਬਾਲਾ ਕੋਲ ਚਲਿਆ ਗਿਆ। ਕਹਿੰਦੇ ਵੀ ਭਾਈ ਬਾਲੇ ਤੂੰ ਤਾਂ ਕਸੂਤਾ ਫਸ ਗਿਆ, ਤੇਰਾ ਤਾਂ ਹੁਣ ਜੀਵਨ ਰਹਿ ਗਿਆ, ਤੇਰਾ ਤਾਂ ਹੁਣ ਗਲ ਜਾ ਵੱਢ ਕੇ ਇਹਨਾਂ ਨੇ ਦੇਵੀ ਦੀ ਬਲੀ ਚਲਾ ਦੇਣਾ ਹੈ, ਤੈਨੂੰ ਮਾਰ ਦੇਣਾ ਹੈ। ਹੁਣ ਭਾਈ ਬਾਲਾ ਜੀ ਦਾ ਮਹਾਰਾਜ ਦਾ ਚੌਰ ਵਰਦਾਰ ਸੀ, ਭਰਮ ਭੁਲੇਖੇ ਨਿਕਲੇ ਸੀ। ਮਰਦਾਨੇ ਨੂੰ ਕਹਿਣ ਲੱਗਿਆ ਵੀ ਇਹ ਤੂੰ ਜੋ ਕੁਝ ਕਹਿੰਦਾ ਸਭ ਝੂਠਾ ਮੂਠਾ ਹੈ। ਕੌਣ ਕਿਸੇ ਨੂੰ ਮਾਰ ਸਕਦਾ, ਕੌਣ ਕਿਸੇ ਨੂੰ ਜਵਾਲ ਸਕਦਾ ਹੈ? ਜਵਾਲਣ ਵਾਲਾ ਮਾਰਨ ਵਾਲਾ ਤਾਂ ਉਹ ਨੀਲੀ ਛੱਤ ਵਾਲਾ ਹੈ, ਉਹ ਪਰਮੇਸ਼ਰ ਹੈ। ਉਹ ਇਹ ਜਵਾਲਦਾ ਉਹੀ ਮਾਰਦਾ ਹੈ। ਮਰਦਾਨੇ ਤੂੰ ਇਹ ਸੱਚ ਨਹੀਂ ਕਹਿੰਦਾ ਹੈ। ਇਸ ਤਰ੍ਹਾਂ ਦੇ ਵਚਨ ਹੋ ਹੀ ਰਹੇ ਸੀ ਭਾਈ ਬਾਲਾ ਤੇ ਮਰਦਾਨਾ ਨਾਲ। ਜਦੋਂ ਭਾਈ ਬਾਲਾ ਜੀ ਨੂੰ ਆਏ ਨਾ ਮਾਰਨ ਵਾਸਤੇ, ਗਲ 'ਤੇ ਤਲਵਾਰ ਜੀ ਲੈ ਕੇ ਇੱਕ ਆਇਆ ਜਲਾਦ। ਤੇ ਉਹ ਜਿਹੜੀ ਕਾਲੀ ਹੈ ਨਾ, ਉਹਨੇ ਫੜੀ ਕਿਰਪਾਨ ਤੇ ਰਾਜੇ ਦਾ ਸਿਰ ਵੱਢਤਾ। ਪਈ ਲਾਲਾ ਲਾਲਾ ਹੋ ਗਈ ਵੀ ਰਾਜੇ ਦਾ ਸਿਰ ਵੱਢਤਾ। ਕਾਲੀ ਦੇਵੀ ਨੇ ਸਿਰ ਵੱਢਤਾ ਰਾਜੇ ਦਾ। ਤੇ ਫਿਰ ਉਹ ਕਹਿੰਦੇ ਵੀ ਇਹ ਕੋਈ ਜਿਹੜੇ ਸਾਧੂ ਹੈ ਨਾ, ਇਹ ਤਾਂ ਕੋਈ ਕਲਾ ਵਾਲੇ ਹੈ, ਇਹਨਾਂ ਨਾਲ ਆਪਾਂ ਢਿੰਗੋ ਜੋਰੀ ਕੀਤੀ ਸੀ, ਇਹਨਾਂ ਦਾ ਬੰਦਾ ਮਾਰਨਾ ਚਾਹਿਆ ਸੀ, ਬਲੀ ਚਲਾਉਣਾ ਚਾਹੀਏ, ਇਹਨਾਂ ਨੇ ਕੋਈ ਕਲਾ ਵਰਤਾਤੀ, ਇਹਨਾਂ ਨੂੰ ਮੰਨੋ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆ ਕੇ ਚਰਨੀ ਪੈ ਗਏ। ਮਹਾਰਾਜ ਸਾਥੋਂ ਗਲਤੀ ਹੋ ਗਈ ਸਾਡੇ ਰਾਜੇ ਤੋਂ, ਤੇ ਮਹਾਰਾਜ ਸਾਡੇ ਰਾਜੇ ਨੂੰ ਜਿਉਂਦਾ ਕਰੋ। ਮਹਾਰਾਜ ਕਹਿੰਦੇ ਤੂੰ ਆਪਣੀ ਕਾਲੀ ਦੇਵੀ ਨੂੰ ਕਹੋ, ਉਹਨੂੰ ਕਹੋ। ਉਹਨੇ ਗਲ 'ਤੇ ਕਿਰਪਾਨ ਫੜ ਕੇ ਮਾਰੀ, ਉਹਦੇ ਗਲ ਵੱਢਿਆ। ਅਸੀਂ ਕਿਉਂ ਵੱਢੀ? ਅਸੀਂ ਕਿਹੜਾ ਕਿਰਪਾਨ ਮਾਰੀ ਹੈ? ਤੁਹਾਡੀ ਕਾਲੀ ਦੇਵੀ ਨਹੀਂ ਮਾਰੀ ਹੈ, ਉਹਨੂੰ ਕਹੋ ਮਾਰੇ। ਹੁਣ ਸਾਰਿਆਂ ਨੂੰ ਪਤਾ ਸੀ ਵੀ ਇਹ ਕਾਲੀ ਤਾਂ ਬਲੀ ਲੈਣ ਵਾਲੀ ਹੈ, ਮਾਰਨ ਵਾਲੀ ਹੈ, ਜਵਾਲਣ ਵਾਲੀ ਨਹੀਂ ਹੈਗੀ ਹੈ। ਤੇ ਜਦੋਂ ਕਹੀ ਗਏ ਮਹਾਰਾਜ, ਫਿਰ ਉਹ ਕਾਲੀ ਦੇਵੀ ਪ੍ਰਗਟ ਹੋ ਗਈ। ਮਹਾਰਾਜ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਦਾ, ਜਿਵੇਂ ਕਰਤਾਰਪੁਰ ਵਿੱਚ ਆ ਕੇ ਦੇਵੀ ਝਾੜੂ ਦਿੰਦੀ ਸੀ ਨਾ ਮਹਾਰਾਜ ਜੀ ਰੋਜ਼। ਤੇ ਗੁਰੂ ਅੰਗਦ ਸਾਹਿਬ ਨੇ ਪੁੱਛਿਆ ਮਾਤਾ ਤੂੰ ਕੌਣ ਹੈ? ਤੇ ਉਹ ਬੋਲੀ ਹੱਸ ਕੇ ਕਹਿੰਦੇ ਜਿਹੜਾ ਤੇਰਾ ਸਹੁਰਾ ਹੈ ਨਾ, ਜਿਹਨੂੰ ਮੱਥੇ ਟੇਕਦਾ ਹੁੰਦਾ ਸੀ, ਜਿਹਦੇ ਚਾਲੇ ਜਾਂਦਾ, ਯਾਤਰਾ ਜਾਇਆ ਕਰਦੇ, ਮੈਂ ਕਹਿੰਦੇ ਉਹ ਦੇਵੀ ਆ। ਕਹਿੰਦੇ ਇੱਥੇ ਕੀ? ਕਹਿੰਦੇ ਇਹ ਗੁਰੂ ਨਾਨਕ ਪਰਮੇਸ਼ਰ ਰੂਪ ਹੈ। ਮੈਂ ਇੱਥੇ ਝਾੜੂ ਮਾਰਨੀ, ਇੱਥੋਂ ਹੀ ਸ਼ਕਤੀਆਂ ਭਗਤੀਆਂ ਮੈਨੂੰ ਮਿਲਦੀਆਂ, ਮੇਰੇ ਕੋਲ ਕੀ ਹੈ? ਫਿਰ ਇਸ ਕਰਕੇ ਜਾਣੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਉਹ ਕਾਲੀ ਨੂੰ ਕਹਿਣ ਲੱਗੇ ਵੀ ਤੇਰਾ ਤਾਂ ਰਾਜਾ ਭਗਤ ਸੀ, ਤੇ ਤੂੰ ਇਹ ਆਪਣੇ ਭਗਤ ਦਾ ਗਲ ਵੱਢ ਕੇ ਰੱਖਤਾ, ਤੇ ਸਾਡੇ ਸੇਵਕ ਨੂੰ ਤੂੰ ਬਚਾ ਲਿਆ ਹੈ। ਵੀ ਮਾਰਨਾ ਤਾਂ ਸਾਡੇ ਬਾਲੇ ਨੂੰ ਸੀਗਾ, ਗਲ ਤਾਂ ਸਾਡੇ ਬਾਲੇ ਦਾ ਵੱਢਣਾ ਸੀ। ਤੂੰ ਕਹਿੰਦੇ ਕਿਰਪਾਨ ਫੜ ਕੇ ਰਾਜੇ ਦਾ ਸਿਰ ਵੱਢਤਾ। ਰਾਜਾ ਤਾਂ ਤੈਨੂੰ ਮੰਨਣ ਪੂਜਣ ਵਾਲਾ ਸੀ। ਉਹ ਕਾਲੀ ਦੇਵੀ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਸੁਣੋ, ਮੈਂ ਕਹਿੰਦੇ ਤੁਹਾਡਾ ਪੈਦਾ ਕੀਤੀ ਹੋਈ ਹੈ, ਤੁਹਾਡੀ ਪੂਜਾ ਕਰਨ ਵਾਲੀ ਹੈ, ਤੁਹਾਡੇ ਸੇਵਕਾਂ ਦੀ ਪੂਜਾ ਕਰਕੇ ਮੈਨੂੰ ਇਹ ਤਾਕਤ ਮਿਲੀ ਹੈ। ਮੈਂ ਕੌਣ ਹੈ? ਮੈਂ ਤਾਂ ਬਾਕੀਆਂ ਵਰਗੀ ਹਾਂ ਨਾ। ਤੁਹਾਡੀ ਪੂਜਾ ਕਰਕੇ, ਤੁਹਾਡੇ ਨਾਮ ਜਪਣ ਵਾਲਿਆਂ ਨੂੰ ਮੱਥੇ ਟੇਕ ਟੇਕ ਕੇ ਮੇਰੇ ਕੋਲ ਇਹ ਸ਼ਕਤੀ ਆਈ ਹੈ। ਇਹ ਗੁਰੂ ਨਾਨਕ ਸਾਹਿਬ ਜਿਹੜੇ ਪਰਮੇਸ਼ਰ ਦੇ ਭਗਤ ਹੈ ਨਾ, ਉਹਨਾਂ ਨੂੰ ਜੇ ਕੋਈ ਤੰਗ ਕਰੇ ਤਾਂ ਮੈਂ ਉਹਨਾਂ ਦਾ ਫਾਹਾ ਵੱਢਦੀ ਹਾਂ, ਮਾਰਦੀ ਹਾਂ।
ਰੱਬ ਦੇ ਭਗਤਾਂ ਨੂੰ ਬਚਾਉਣੀ ਹੈ। ਜਿਹੜੇ ਕੋਈ ਮੈਨੂੰ ਮੰਨਦੇ ਆ, ਮੈਂ ਉਹਨਾਂ ਦਾ ਗਲ ਵੱਢ ਦਿੰਦੀ ਹੈ। ਮੈਂ ਉਹਨਾਂ ਨੂੰ ਮਾਰਦੀ, ਰੱਬ ਦੇ ਭਗਤਾਂ ਨੂੰ ਮੈਂ ਬਚਾਉਂਦੀ ਹੈ। ਇਹ ਮੇਰੀ ਮਰਜ਼ਾਦਾ ਹੈ। ਸੁਣ ਕੇ ਦੇਖ ਲਓ ਵੀ ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਵੀ ਜਿਨ੍ਹਾਂ ਦਾ ਇਹ ਪਰਮੇਸ਼ਰ ਨੂੰ ਛੱਡ ਕੇ ਦੂਜਿਆਂ ਨਾਲ ਲੱਗੇ, ਉਹ ਭਰਮਾਂ ਵਿੱਚ ਪਏ ਭੁੱਲੇ ਭਟਕਦੇ ਨੇ, ਦੁਖੀ ਹੁੰਦੇ ਨੇ। ਹੁਣ ਨਾਮਦੇਵ ਜੀ ਨੂੰ ਕਿਹਾ ਵੀ ਪੂਜੋ, ਉਹ ਕਹਿੰਦਾ ਨਹੀਂ ਬਈ ਮੈਂ ਭੈਰੋ ਨਹੀਂ ਬਣਨਾ। ਜੇ ਮੈਂ ਪੂਜਾ ਪੂਰੀ ਹੋ ਗਈ, ਭਗਤੀ ਪੂਰੀ ਹੋ ਗਈ, ਭੈਰੋ ਬਣੂਗਾ। ਭੈਰੋਂ ਭਟਕਦਾ ਥਾਂ ਥਾਂ 'ਤੇ। ਭੈਰੋਂ ਨੂੰ ਜੇ ਕਿਸੇ ਨੇ ਸਿੱਧ ਕਰਨਾ ਤਾਂ ਸ਼ਰਾਬ ਰੱਜ ਕੇ ਪੀਣੀ ਪੈਂਦੀ ਹੈ। ਅਤੇ ਜੇ ਕਿਸੇ ਨੇ ਭੈਰੋਂ ਤੋਂ ਕੰਮ ਕਰਾਉਣਾ, ਫਿਰ ਵੀ ਸ਼ਰਾਬ ਦੀਆਂ ਬੋਤਲਾਂ ਹੀ ਉਹਦੇ ਮੂਹਰੇ ਰੱਖੇ ਰੱਖਣੀਆਂ ਪੈਂਦੀਆਂ। ਸ਼ਰਾਬੀ ਕਰਾਬੀ ਨੇ ਕਿਸੇ ਦਾ ਕੀ ਸਵਾਰ ਦੇਣਾ ਪਹਿਲਾਂ। ਅੱਜ ਤੱਕ ਕਿਸੇ ਨੇ ਸ਼ਰਾਬੀ ਕਬਾਬੀ ਦਾ ਕਿਸੇ ਦਾ ਸਵਾਰਿਆ? ਵਿਗਾੜਿਆ ਤਾਂ ਬਥੇਰਾ, ਘਰ ਪੱਟੇ ਬਥੇਰੇ ਸ਼ਰਾਬੀਆਂ ਕਬਾਬੀਆਂ। ਅਤੇ ਭੈਰੋਂ ਵੀ ਸ਼ਰਾਬ ਪੀਂਦਾ ਰੱਜ ਰੱਜ ਕੇ। ਜਿਹੜੇ ਕੋਈ ਇਹਦੇ ਛਿਲੇ ਕੱਢਦੇ ਮੰਨਦੇ, ਉਹ ਵੀ ਸ਼ਰਾਬ ਹੀ ਪੀਂਦੇ। ਅਤੇ ਸ਼ਰਾਬ ਦੀ ਉਹ ਅੱਗੇ ਬੋਤਲ ਲਿਆ ਕੇ ਰੱਖਦੇ, ਉਹ ਭੈਰੋਂ ਦੀ ਫੋਟੋ ਅੱਗੇ। ਕਹਿੰਦੇ ਇਸ ਕਰਕੇ ਵੀ ਮੈਂ ਨਹੀਂ ਭੈਰੋਂ ਨੂੰ ਮੱਥਾ ਟੇਕਣਾ, ਨਾ ਇਹਨੂੰ ਪੂਜਣਾ ਹੈ। ਮੈਂ ਥੋੜ੍ਹੋ ਸ਼ਰਾਬੀ ਕਬਾਬੀ ਬਣਨਾ ਹੈ, ਮੈਂ ਥੋੜ੍ਹੋ ਮਰ ਕੇ ਕੁੱਤਾ ਬਣਨਾ ਹੈ। ਕਹਿੰਦੇ ਫਿਰ ਆਹ ਭੂਤ ਪ੍ਰੇਤ ਹੈਗੇ ਆ, ਇਹਨਾਂ ਨੂੰ ਵੀ ਲੋਕ ਭੂਤਾਂ ਨੂੰ ਵੀ ਜਾ ਕੇ ਮਟੀਆਂ 'ਚ ਮੱਥੇ ਟੇਕਦੇ ਆ ਵੀ ਮਟੀਆਂ ਵਿੱਚ ਭੂਤ ਪ੍ਰੇਤ ਰਹਿੰਦੇ ਹੁੰਦੇ ਆ। ਤੂੰ ਇਹਨਾਂ ਭੂਤਾਂ ਪ੍ਰੇਤਾਂ ਨੂੰ ਮੰਨ ਲੈ, ਇਹ ਵੀ ਕੰਮ ਕਰਦੇ। ਭਗਤ ਨਾਮਦੇਵ ਜੀ ਕਹਿੰਦਾ ਵੀ ਨਹੀਂ, ਮੈਂ ਨਹੀਂ ਭੂਤਾਂ ਨੂੰ ਮੰਨਣਾ, ਮਰ ਕੇ ਭੂਤ ਬਣਨਾ ਪਊਗਾ। ਜੇ ਮੇਰੀ ਉਪਾਸਨਾ ਨਾ ਪੂਰੀ ਹੋਈ, ਫਿਰ ਕਹਿੰਦੇ ਮਰ ਕੇ ਮੈਨੂੰ ਭੂਤ ਨਹੀਂ, ਚਲੋ ਤਾਂ ਮੈਂ ਬਾਪ ਰੋਲਾ ਬਣੂਗਾ। ਆਖੇ ਉਡਾਉਂਦਾ, ਮਿੱਟੀ ਘਟਾ ਉਡਾਉਂਦਾ ਫਿਰੂੰਗਾ, ਬਾਪ ਰੋਲਾ ਬਣ ਕੇ ਫਾਇਦਾ ਕੀ? ਭਟਕੂਗਾ। ਵੀ ਮਰ ਕੇ ਭੂਤ ਬਣੂਗਾ ਜਾਂ ਫਿਰ ਮੈਂ ਬਾਪ ਰੋਲਾ ਹੋ ਜਾਊਂਗਾ। ਕਹਿੰਦੇ ਵੀ ਆਹ ਮਹਾਰਾਜ ਇੱਕ ਗਧੇ 'ਤੇ ਚੜ੍ਹਦੀ ਦੇਵੀ, ਇਹ ਸੀਤਲਾ ਦੇਵੀ ਦੀ ਤੁਸੀਂ ਮੰਨਤਾ ਕਰੋ, ਇਹਨੂੰ ਮੱਥਾ ਟੇਕੋ। ਭਗਤ ਨਾਮਦੇਵ ਜੀ ਕਹਿੰਦੇ ਮੈਂ ਨਹੀਂ ਇਹਨੂੰ ਮੰਨਣਾ। ਕਹਿੰਦੇ ਕੀ ਹੋ ਜਾਊਗਾ? ਭਗਤ ਨਾਮਦੇਵ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ। ਭਗਤ ਨਾਮਦੇਵ ਜੀ ਨੇ ਭੁਲੇਖੇ ਕੱਢਿਆ। ਉਹ ਕਹਿੰਦਾ ਖਰ ਬਾਹਨ ਉਹ ਛਾਰ ਉਡਾਵੈ। ਕਹਿੰਦੇ ਜੇ ਤਾਂ ਭਗਤੀ ਪੂਰੀ ਹੋ ਗਈ, ਪੂਜਾ ਪੂਰੀ ਹੋ ਗਈ, ਸੀਤਲਾ ਦੇਵੀ ਖੁਸ਼ ਹੋ ਗਈ, ਅਤੇ ਮੈਂ ਕਹਿੰਦੇ ਹੁਣ ਹੈਗਾ ਬੰਦਾ, ਫਿਰ ਬਣੂਗਾ ਬੁੜੀ, ਤੀਵੀਂ ਬਣੂਗਾ। ਅਤੇ ਮਰਦ ਠੀਕ ਹੁੰਦਾ ਕਿ ਤੀਵੀਂ ਠੀਕ ਹੁੰਦੀ ਹੈ? ਮਰਦ ਤਾਂ ਜਿੱਥੇ ਮਰਜ਼ੀ ਜਗ੍ਹਾ, ਮਰਦ ਤੋਂ ਬਗੈਰ ਤੀਵੀਂ ਕਿਤੇ ਜਾ ਕੇ ਦਿਖਾਵੇ ਹਨੇਰੇ 'ਚ। ਉਹ ਤਾਂ ਕਹਿ ਦਿੰਦੀਆਂ ਨੇ ਵੀ ਅਸੀਂ ਬਰਾਬਰ ਬਰਾਬਰ ਹੈ, ਇਹਨੂੰ ਕੱਢੋ ਉੱਥੇ ਕਿਤੇ ਫੌਜ 'ਤੇ ਬਾਰਡਰ 'ਤੇ ਭੇਜੋ ਇਹਨਾਂ ਨੂੰ, ਫਿਰ ਪਤਾ ਲੱਗਦਾ ਵੀ ਜਾਂਦੀਆਂ ਕਿ ਉੱਥੇ ਤਾਂ ਫੌਜੀ ਜਾਣਗੇ। ਇਹ ਨਾਲ ਤਾਂ ਮਾੜਾ ਮੋਟਾ ਠੂੰ ਠਾ ਕਰ ਦੇਣੀ ਹੈ, ਇਕੱਲੀਆਂ ਕੁਝ ਨਹੀਂ ਕਰ ਸਕਦੀ। ਇਹਨੂੰ ਦੇਖ ਲਓ ਜਿਹੜੀ ਕੋਈ ਹੈਗੀ ਬਹਾਦਰ। ਉਹ ਚਲੋ 100 ਵਿਚਾਰ ਹੈ, ਜਿੱਥੇ ਜਿੱਥੇ ਪਰਮੇਸ਼ਰ ਨੇ ਰੱਖਿਆ ਭਾਈ ਉੱਥੇ ਉੱਥੇ ਰਹਿਣਾ ਚਾਹੀਦਾ। ਜਿੰਨਾ ਕੁ ਕਿਸੇ ਨੂੰ ਦਿੱਤਾ ਉਹਨੇ ਉਹਦੇ ਵਿੱਚ ਰਹੋ। ਉਹ ਮਹਾਰਾਜ ਕਹਿੰਦੇ ਵੀ ਭਗਤ ਨਾਮਦੇਵ ਜੀ ਕਹਿੰਦੇ ਖਰ ਬਾਹਨ, ਜੇ ਮੈਂ ਇਹਦੀ ਸੀਤਲਾ ਦੇਵੀ ਦੀ ਮੰਨਤਾ ਪੂਰੀ ਕਰ ਲਈ ਜਾਂ ਤਾਂ ਫਿਰ ਮੈਂ ਮਰ ਕੇ ਫਿਰ ਇਹ ਬਣੂਗਾ, ਅਤੇ ਨਹੀਂ ਫਿਰ ਤਾਂ ਇਹਦੀ ਅਸਵਾਰੀ ਹੈਗਾ ਖੋਤਾ ਗਧਾ। ਫਿਰ ਗਧਾ ਤਾਂ ਮੈਨੂੰ ਬਣਨਾ ਪਊ ਨਾ, ਮੈਂ ਗਧਾ ਥੋੜ੍ਹੋ ਬਣਨਾ। ਮੈਂ ਤਾਂ ਬੈਕੁੰਠ ਵਿੱਚ ਜਾਣਾ, ਸੱਚਖੰਡ ਵਿੱਚ ਜਾਣਾ, ਰੱਬ ਕੋਲ ਜਾਣਾ ਹੈ। ਮੈਂ ਗਧੇ ਨਹੀਂ ਬਣਨਾ ਹੈ, ਕੋਤੇ ਨਹੀਂ ਬਣਨਾ ਹੈ, ਮੈਂ ਬੰਦੇ ਤੋਂ ਤੀਵੀਂ ਨਹੀਂ ਬਣਨਾ ਹੈ। ਕਹਿੰਦੇ ਚਲੋ ਜੀ ਆ ਤੁਸੀਂ ਸ਼ਿਵ ਭਗਵਾਨ ਨੂੰ ਮੰਨ ਲਓ, ਇਹ ਤਾਂ ਬਹੁਤ ਮਹਾਨ ਹੈ।
ਸਾਰੀ ਦੁਨੀਆ ਨੂੰ ਇਹੀ ਮਾਰਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਮੈਂ ਨਹੀਂ ਮੰਨਦਾ, ਨਾ ਇਹਦਾ ਨਾਮ ਧਿਆਉਣਾ ਮੈਂ। ਕਹਿੰਦੇ ਫੇਰ ਕੀ ਹੋ ਜੂ? ਭਗਤ ਨਾਮਦੇਵ ਜੀ ਕਹਿੰਦੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੇ ਡਉਰੂ ਧਮਕਾਵੈ। ਇਹ ਭਗਤ ਨਾਮਦੇਵ ਜੀ ਦੇ ਬਾਣੀ ਵਿੱਚ ਲਫ਼ਜ਼ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਹੋਏ ਹੈ। ਇਹ ਭੁਲੇਖੇ ਕੱਢਦੇ ਆ ਸਾਰੇ। ਕਹਿੰਦੇ ਵੀ ਜਿਹੜਾ ਸ਼ਿਵ ਸ਼ਿਵ ਕਰਕੇ ਸ਼ਿਵ ਜੀ ਦਾ ਧਿਆਨ ਕਰਦਾ ਹੈ, ਜਾਂ ਤਾਂ ਮੁੜ ਕੇ ਸ਼ਿਵ ਜੀ ਬਣ ਜੂਗਾ। ਸ਼ਿਵ ਜੀ ਰਹਿੰਦਾ ਹੈ ਸਿਵਿਆਂ ਵਿੱਚ, ਮਸਾਣਾ ਵਿੱਚ, ਤੇ ਧਤੂਰਾ ਖਾਂਦਾ ਹੈ। ਸਿਰ 'ਤੇ ਸਾਰੇ ਸਰੀਰ 'ਤੇ ਸੁਆਹ ਮੜੀ ਰੱਖਦਾ ਹੈ। ਮਰਿਆਂ ਦੇ ਖੋਪਰੀਆਂ ਦੇ ਗਲ ਵਿੱਚ ਹਾਰ ਪਾਏ ਹੁੰਦੇ, ਸੱਪਾਂ ਦੇ ਹਾਰ ਪਾਏ ਹੁੰਦੇ ਹੈ। ਜੇ ਕਿਤੇ ਆ ਜਾਏ ਮਨੁੱਖ, ਕਹਿੰਦੇ ਕੋਲ ਨਹੀਂ ਕਰਦੇ, ਡਰ ਜਾਣਗੇ। ਉੱਥੇ ਡਰਾਉਣਾ ਹੈ ਰੂਪ। ਫਿਰ ਸ਼ਿਵ ਜੀ ਬਣ ਜਾਊਗਾ, ਕਹਿੰਦੇ ਸੁਆਹ ਮਲੀ ਜਾਊਗਾ, ਅੱਕ ਧਤੂਰਾ ਖਾਈ ਜਾਊਗਾ, ਸਿਵਿਆਂ 'ਚ ਜਾ ਕੇ ਮਸਾਣਾ ਵਿੱਚ ਬੈਠੂਗਾ। ਅਤੇ ਮੈਂ ਕੋਈ ਕੋਠੀ 'ਚ ਚੰਗੀ ਵਧੀਆ 'ਚ ਚੰਗੇ ਮਕਾਨ 'ਚ ਥੋੜ੍ਹਾ ਬੈਠੂ, ਜਿਵੇਂ ਹੁਣ ਮੈਂ ਬੈਠਾ ਚੰਗੇ ਸਥਾਨ 'ਤੇ। ਇਸ ਕਰਕੇ ਮੈਂ ਨਹੀਂ। ਜੇ ਕਹਿੰਦੇ ਨਾ ਪਾਸ਼ਨਾ ਹੋ ਪੂਰੀ ਹੋਈ, ਫਿਰ ਕਹਿੰਦੇ ਮੈਨੂੰ ਬਲਦ ਬਣਨਾ ਪਊਗਾ। ਬਲਦ ਚਰੇ ਡੌਰੂ ਟਮਕਾਵੇ। ਕਹਿੰਦੇ ਉਹ ਜਿਵੇਂ ਬਲਦ 'ਤੇ ਚੜ੍ਹ ਕੇ ਡੌਰੂ ਖੜਕਾਉਂਦਾ ਨਾ ਸ਼ਿਵ ਜੀ, ਮੈਂ ਡੌਰੂ ਖੜਕਾਉਣ 'ਤੇ ਨਹੀਂ, ਫਿਰ ਮੈਂ ਬਲਦ ਬਣ ਕੇ ਸ਼ਿਵ ਜੀ ਨੂੰ ਚੱਕੀ ਫਿਰੂੰਗਾ। ਅਤੇ ਫਾਇਦਾ ਕੀ ਹੋਇਆ? ਕਹਿੰਦੇ ਸ਼ਿਵ ਜੀ ਨੂੰ ਪੂਜਣ ਦਾ। ਇਸ ਕਰਕੇ ਮਹਾਰਾਜ ਵੀ ਇਹ ਭੁਲੇਖੇ ਸਾਡੇ ਘੱਲਦੇ ਹੈ। ਅਤੇ ਭਗਤ ਵੀ ਜਿਨ੍ਹਾਂ ਦੇ ਭਰਮ ਭੁਲੇਖੇ ਨਿਕਲੇ ਆ, ਉਹ ਬਾਣੀ ਦੁਆਰਾ ਭਰਮ ਭੁਲੇਖੇ ਕੱਢਦੇ ਹੈ। ਪਰ ਠੀਕ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲੈਂਦੇ ਹਾਂ, ਪਰ ਜੋ ਬਾਣੀ ਵਿੱਚ ਲਿਖਿਆ ਉਹਦੇ 'ਤੇ ਅਮਲ ਕਰਨ ਨੂੰ ਕੋਈ ਵੀ ਨਹੀਂ ਤਿਆਰ ਹੈ। ਸਾਰੇ ਭੁਲੇਖੇ ਪਾਉਣ ਵਾਲੇ ਤਾਂ ਹੈਗੇ ਆ। ਜਾਂ ਤਾਂ ਜਿਹੜੇ ਪੂਰੇ ਗੁਰੂ ਉਹ ਭੁਲੇਖੇ ਕੱਢਦੇ, ਜਾਂ ਜਿਹੜੇ ਪੂਰੇ ਗੁਰੂ ਦੇ ਲੜ ਲੱਗੇ ਸਾਧੂ ਉਹ ਭੁਲੇਖੇ ਕੱਢਣਗੇ। ਉਹ ਸੱਚ ਕਹਿਣਗੇ, ਭਾਵੇਂ ਕੋਈ ਔਖਾ ਰਵੇ ਭਾਵੇਂ ਸੌਖਾ ਰਹੇ। ਗੁਰੂ ਨਾਨਕ ਸਾਹਿਬ ਜਿੱਥੇ ਕਿੱਥੇ ਗਏ, ਸਿੱਧਨਾਥਾਂ ਨਾਲ ਚਰਚਾ ਹੋਈ ਹੈ, ਮੁਸਲਮਾਨਾਂ ਦੇ ਵੱਡੇ ਵੱਡੇ ਪੀਰਾਂ ਫਕੀਰਾਂ ਨਾਲ ਚਰਚਾ ਹੋਈ ਹੈ। ਮਹਾਰਾਜ ਨੇ ਸੱਚ ਬੋਲਿਆ ਹੈ, ਸਾਰੇ ਭੁਲੇਖੇ ਕੱਢੇ। ਜਿਨ੍ਹਾਂ ਦੇ ਭਰਮ ਭੁਲੇਖੇ ਨਿਕਲੇ ਉਹ ਗੁਰੂ ਨਾਨਕ ਸਾਹਿਬ ਦੇ ਪੁਜਾਰੀ ਬਣ ਗਏ, ਉਹ ਮਹਾਰਾਜ ਦੇ ਭਗਤ ਬਣ ਗਏ, ਉਹਨਾਂ ਦਾ ਭਲਾ ਹੋ ਗਿਆ। ਉਹਨਾਂ ਦੇ ਅਸਥਾਨਾਂ 'ਤੇ ਵੀ ਮੇਲੇ ਲੱਗਦੇ ਨੇ। ਹੁਣ ਬੁੱਢਣ ਸ਼ਾਹ ਫਕੀਰ ਹੈ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਨਿਹਾਲੋ ਨਿਹਾਲ ਹੋ ਗਿਆ। ਅਤੇ ਦੁੱਧ ਚੋ ਕੇ ਮਹਾਰਾਜ ਕੋਲ ਲਿਆਇਆ। ਕਹਿੰਦਾ ਮਹਾਰਾਜ ਦੁੱਧ ਅੰਮ੍ਰਿਤ ਹੁੰਦਾ, ਦੁੱਧ ਸੁੱਚਾ ਹੁੰਦਾ ਹੈ। ਇਹ ਸੁੱਚਾ ਦੁੱਧ ਮਹਾਰਾਜ ਛਕੋ, ਅੰਮ੍ਰਿਤ ਰੂਪ ਦੁੱਧ ਛਕੋ। ਮਹਾਰਾਜ ਦੀ ਮੌਜ ਹੈ। ਕਹਿੰਦੇ ਵੀ ਤੂੰ ਬੁੱਢਣ ਸ਼ਾਹ ਦੁੱਧ ਲੈ ਆਂਦਾ, ਅਸੀਂ ਸਮਝ ਲਓ ਛਕ ਲਿਆ, ਪਰ ਐਸ ਜਾਮੇ ਵਿੱਚ ਨਹੀਂ ਅਸੀਂ ਹੁਣ ਦੁੱਧ ਛਕਣਾ ਹੈ। ਹੋਰ ਜਾਮੇ ਵਿੱਚ ਆ ਕੇ ਦੁੱਧ ਛਕਾਂਗੇ, ਅਸੀਂ ਦੁੱਧ ਤੈਥੋਂ ਮੰਗਾਂਗੇ, ਉਦੋਂ ਤੂੰ ਛਕਾ ਦੇ। ਬੁੱਢਣ ਸ਼ਾਹ ਕਹਿੰਦਾ ਮਹਾਰਾਜ ਹੁਣ ਤੁਸੀਂ ਛਕਦੇ ਨਹੀਂ, ਫਿਰ ਪਤਾ ਨਹੀਂ ਮੈਂ ਮਰੂੰਗਾ ਕਿ ਪਤਾ ਨਹੀਂ ਕਿੱਥੇ ਹੋਊਗਾ ਮਰ ਕੇ, ਤੁਸੀਂ ਮਹਾਰਾਜ ਛਕੋ। ਮਹਾਰਾਜ ਕਹਿੰਦੇ ਨਹੀਂ, ਤੂੰ ਨਹੀਂ ਮਰਦਾ, ਤੂੰ ਤਾਂ ਅਮਰ ਹੋ ਜਾਏਗਾ। ਜਦੋਂ ਸਾਡਾ 6ਵਾਂ ਜਾਮਾ ਹੋਇਆ ਨਾ, ਅਸੀਂ 6ਵੇਂ ਸਰੀਰ ਵਿੱਚ ਹੋਏ, ਉਦੋਂ ਵੀ ਅਸੀਂ ਆਵਾਂਗੇ, ਉਦੋਂ ਦੁੱਧ ਮੰਗਾਂਗੇ ਅਤੇ ਉਦੋਂ ਤੂੰ ਛਕਾ ਦੇ। ਉਹਨਾਂ ਚਿਰ ਇੱਥੇ ਬੈਠ ਕੇ ਤੂੰ ਰੱਬ ਰੱਬ ਕਰ। ਹੁਣ ਬੁੱਢੜ ਸ਼ਾਹ ਫਕੀਰ ਦੀ ਕੀਰਤਪੁਰ ਸਾਹਿਬ ਦੇ ਉੱਤੇ ਜਗ੍ਹਾ ਬਣੀ ਹੋਈ ਹੈ, ਉੱਥੇ ਬੈਠਾ ਮਹਾਰਾਜ ਨੂੰ ਉਡੀਕਾਂ ਕਰਦਾ ਵੀ ਮਹਾਰਾਜ ਆਉਣ ਦੁੱਧ ਛਕਣ ਅਤੇ ਮੈਂ ਸਰੀਰ ਛੱਡਾਂ। ਅਤੇ ਜਦੋਂ ਫਿਰ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਨਗਰ ਵਸਾਉਣਾ ਸੀ ਨਾ, ਕੀਰਤਪੁਰ ਸਾਹਿਬ, ਸਭ ਤੋਂ ਪਹਿਲਾਂ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਸੀ ਉੱਥੇ ਮਹਾਰਾਜ ਨੇ। ਤੇ ਨਾਲ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਕਿਹਾ ਵੇ, ਹੇ ਸੁਪੁੱਤਰ ਗੁਰਦਿੱਤਾ, ਉੱਥੇ ਬੁੱਢਣ ਸ਼ਾਹ ਫਕੀਰ ਰਹਿੰਦਾ ਪਹਾੜ ਤੇ, ਉਹ ਉਡੀਕਾਂ ਕਰ ਰਿਹਾ ਹੈ, ਤੇ ਤੂੰ ਵੀ ਜਾ ਕੇ, ਉਹ ਸਾਡੇ ਪਹਿਲੇ ਜਾਮੇ ਵਿੱਚ ਬਚਨ ਹੋਏ ਆ ਵੀ 6ਵੇਂ ਜਾਮੇ ਵਿੱਚ ਅਸੀਂ ਆ ਕੇ ਦੁੱਧ ਛਕਾਂਗੇ, ਤੂੰ ਜਾ ਕੇ ਨਾ ਦੁੱਧ ਛਕ, ਦੁੱਧ ਪੀ। ਤੇ ਨਾਲੇ ਉੱਥੇ ਉਹ ਇਸ ਇਲਾਕੇ ਦਾ ਬੁੱਢਣ ਸ਼ਾਹ ਫਕੀਰ ਮੰਨਿਆ ਪ੍ਰਮੰਨਿਆ ਭੇਤੀ ਹੈ, ਤੂੰ ਉਹ ਤੋਂ ਪੁੱਛ ਕੇ ਉੱਥੇ ਨਗਰ ਵਸਾ। ਫਿਰ ਸ੍ਰੀ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਆਗਿਆ ਲੈ ਕੇ ਤੇ ਇਹ ਜਿੱਥੇ ਕੀਰਤਪੁਰ ਸਾਹਿਬ ਨਾ ਇੱਥੇ ਆਏ, ਤੇ ਫਿਰ ਜਿੱਥੇ ਬੁੱਢਣ ਸ਼ਾਹ ਫਕੀਰ ਰਹਿੰਦਾ ਸੀ ਉੱਥੇ ਗਏ। ਜਾ ਕੇ ਸ੍ਰੀ ਗੁਰਦਿੱਤਾ ਜੀ ਨੇ ਕਿਹਾ, ਐ ਵੀ ਫਕੀਰ, ਦੁੱਧ ਦੇ ਬੜੀ ਢੇਰ ਲੱਗੀ ਹੋਈ ਹੈ। ਜਦੋਂ ਕਿਹਾ ਵੀ ਇਹਨੇ ਕਿਵੇਂ ਕਹਿਤਾ ਵੀ ਦੁੱਧ ਦੇ, ਜਿਹੜੀ ਢੇਰ ਲੱਗੀ, ਪਿਆਸ ਲੱਗੀ, ਦੁੱਧ ਛਕਾ ਬਈ ਫਕੀਰ। ਫਿਰ ਨਾਲ ਮੇਰਾ ਇਹਦਾ ਨਾਂ ਲੈ ਲਿਆ ਨੇ ਵੀ ਬੁੱਢਣ ਸ਼ਾਹ ਫਕੀਰ ਦੁੱਧ ਛਕਾ, ਵੀ ਇਹ ਮੇਰਾ ਨਾਂ ਕਿਵੇਂ ਜਾਣਦਾ? ਇਹ ਇੱਥੇ ਨੇੜੇ ਤੇੜੇ ਦਾ ਤਾਂ ਹੈ ਨਹੀਂ ਇਨਸਾਨ। ਇਹ ਪੁੱਛਣ ਲੱਗਿਆ ਵੀ ਮਹਾਰਾਜ ਤੁਹਾਨੂੰ ਕਿਹਨੇ ਭੇਜਿਆ? ਕਹਿੰਦੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੇਰੇ ਪਿਤਾ ਹੈ, ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਬੁੱਢਣ ਸ਼ਾਹ ਫਕੀਰ ਪਹਾੜ 'ਤੇ ਬੈਠਾ ਹੈ, ਪਹਿਲੇ ਜਾਮੇ ਵਿੱਚ ਸਾਡੇ ਉਹਦੇ ਨਾਲ ਬਚਨ ਹੈ ਵੀ 6ਵੇਂ ਜਾਮੇ ਵਿੱਚ ਅਸੀਂ ਆ ਕੇ ਦੁੱਧ ਛਕਾਂਗੇ। ਇਸ ਕਰਕੇ ਵੀ ਉਹ ਪਿਤਾ ਗੁਰੂ ਜੀ ਦੇ ਹੁਕਮ ਅਨੁਸਾਰ ਮੈਂ ਤੈਨੂੰ ਕਿਹਾ ਵੀ ਦੁੱਧ ਪਿਆ, ਮੈਨੂੰ ਆਗਿਆ ਹੋਈ ਤੂੰ ਦੁੱਧ ਛਕ। ਨਾਲੇ ਵੀ ਮੈਨੂੰ ਇਹ ਹੁਕਮ ਹੈ ਵੀ ਨਗਰ ਵੀ ਵਸਾ ਉੱਥੇ। ਬੁੱਢਣ ਸ਼ਾਹ ਖੁਸ਼ ਹੋ ਗਿਆ ਹੈ, ਤੇ ਝੱਟ ਪੱਟ ਦੁੱਧ ਛਕਾਇਆ ਮਹਾਰਾਜ ਦਾ। ਕਹਿੰਦਾ ਵੀ ਉਹ ਮਹਾਰਾਜ ਕਦੋਂ ਹੋਣਗੇ? ਕਹਿੰਦੇ ਬਸ ਜਦੋਂ ਨਗਰ ਵਸ ਗਿਆ ਨਾ ਵੀ ਮਹਾਰਾਜ ਬਸ ਆ ਹੀ ਜਾਣਗੇ ਇੱਥੇ। ਤੂੰ ਬਈ ਬੁੱਢਣ ਸ਼ਾਹ ਦੱਸ ਵੀ ਕਿੱਥੇ ਆ ਨਗਰ ਵਿੱਚ? ਕਹਿੰਦੇ ਮਹਾਰਾਜ ਆਹ ਇਲਾਕਾ ਜਿਹੜਾ ਨਾ ਇਹ ਬਹੁਤ ਚੰਗਾ ਵਧੀਆ ਹੈ, ਇੱਥੇ ਰਿਸ਼ੀ ਮੁਨੀ ਬਹੁਤ ਹੋਏ, ਤਪੱਛੀ ਬਹੁਤ ਹੋਏ, ਇੱਥੇ ਇਹ ਤਪ ਵਾਲਾ ਸਥਾਨ ਹੈ, ਇੱਥੇ ਵਸਾਓ, ਇੱਥੇ ਬਹੁਤ ਜੀਆਂ ਦੀ ਕਲਿਆਣ ਹੋਊਗੀ, ਬਹੁਤ ਜੀਆਂ ਦਾ ਭਲਾ ਹੋਇਆ ਕਰੂਗਾ। ਉਹ ਇੱਕ ਤਾਂ ਬੁੱਢਣ ਸ਼ਾਹ ਨੇ ਕਹਿਤਾ, ਇੱਕ ਮਹਾਰਾਜ ਨੇ ਕਹਿਤਾ ਵੀ ਇੱਥੇ ਹੀ ਸੰਸਕਾਰ ਕਰੇ ਸਾਡਾ, ਜਿਹੜਾ ਵੀ ਕੋਈ ਸੋਢੀਆਂ ਵਿੱਚੋਂ ਸਾਡੇ ਸ੍ਰੀ ਕਰੇ, ਇੱਥੇ ਹੀ ਸੰਸਕਾਰ ਕਰਨਾ, ਲਿਆ ਕੇ ਇੱਥੇ ਹੀ ਫੁੱਲ ਪਾਉਣੇ ਉਹਦੇ, ਸਾਰਾ ਕੁਛ ਇੱਥੇ ਹੀ ਕੀਰਤਪੁਰ ਸਾਹਿਬ ਕਰਨਾ। ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਏ ਦਰਸ਼ਨ ਕਰਕੇ, ਕਹਿੰਦੇ ਮਹਾਰਾਜ ਮੈਨੂੰ ਹੁਣ ਆਗਿਆ ਕਰੋ। ਕਹਿੰਦੇ ਮਹਾਰਾਜ ਕਹਿੰਦੇ ਵੀ ਜੇ ਹੋਰ ਚਾਹੁੰਦਾ ਹੋਰ ਰੱਬ ਦੀ ਰਚਨਾ ਦੇਖ ਲੈ। ਕਹਿੰਦੇ ਮਹਾਰਾਜ ਬਹੁਤ ਕੁਛ ਦੇਖ ਲਿਆ, ਬਾਕੀ ਤੁਹਾਡੀ ਮੌਜ ਹੈ। ਇਹ ਤਾਂ ਹੁਣ 6ਵੇਂ ਪਾਤਸ਼ਾਹ ਦੀ ਮੌਜ ਹੈ। ਡਾਕਟਰ ਵੀਰ ਸਿੰਘ ਜੀ ਨੇ ਆਪਣੇ ਗੁਰੂ ਕਲਗੀਧਰ ਚਮਤਕਾਰ ਵਿੱਚ ਇਹ ਪ੍ਰਸੰਗ ਲਿਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਵਚਨ ਕੀਤਾ, ਲੈ ਵੀ ਬੁੱਢਣ ਸ਼ਾਹ ਫਕੀਰ, ਹੁਣ ਤੂੰ 6ਵੇਂ ਜਾਮੇ ਦੇ ਦਰਸ਼ਨ ਕਰ ਲਿਆ, ਤੂੰ 10ਵੇਂ ਜਾਮੇ ਦੇ ਦਰਸ਼ਨ ਕਰਕੇ ਫੇਰ ਸਰੀਰ ਛੱਡੀ। ਯਾਨੀ ਇੱਕ ਫਕੀਰ ਹੈ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਜਾਮੇ ਦੇ ਵੀ ਦਰਸ਼ਨ ਕੀਤੇ, ਤੇ ਉਹ ਰੱਬ ਦਾ ਪੁਜਾਰੀ ਸੀਗਾ, ਹੋਰ ਨਹੀਂ ਕਿਸੇ ਨੂੰ ਮੰਨਣ ਵਾਲਾ ਸੀ। ਰੱਬ ਨੂੰ, ਗੁਰੂ ਨਾਨਕ ਨੂੰ ਉਹਨੇ ਆ ਕੇ ਮੱਥਾ ਟੇਕਿਆ। ਨਹੀਂ ਤਾਂ ਪਹਾੜਾਂ 'ਚ ਬਥੇਰੇ ਉੱਥੇ ਥਾਂ ਬਣੇ ਪਏ ਹੈ, ਥਾਂ ਥਾਂ ਕਿਤੇ ਹਨੂੰਮਾਨ ਦੀ ਫੋਟੋ ਲੱਗੀ ਹੈ, ਕਿਤੇ ਕਿਸੇ ਦੀ ਲੱਗੀ ਪਈ ਹੈ। ਸੋ ਇਸ ਕਰਕੇ
ਜਾਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਇਹ ਭਰਮ ਭੁਲੇਖੇ ਕੱਢੇ ਵੀ ਪਰਮੇਸ਼ਰ ਦੇ ਨਾਲ ਪ੍ਰੇਮ ਕਰਨਾ, ਪਰਮੇਸ਼ਰ ਨੂੰ ਮੰਨਣਾ ਹੈ। ਜਦੋਂ ਆ ਭਾਈ ਕੀ ਡਰੋਲੀ ਗਏ ਹੈ, ਸਾਈਂ ਦਾਸ ਦਾ ਪ੍ਰੇਮ ਵਿਆਹ ਕੇ ਉਹਦੇ ਘਰ ਵਾਲੀ ਦਾ ਪ੍ਰੇਮ, ਨਵਾਂ ਮਕਾਨ ਵਿੱਚ ਚਰਨ ਪਾਉਣ ਲਈ ਗਏ। ਇੱਥੇ ਵੀ ਜਦੋਂ ਮਹਾਰਾਜ ਗਏ ਸੀ, ਇੱਕ ਵੱਡੇ ਘਰ ਦਾ ਉਹਦੇ ਘਰੇ ਲੜਕੀ ਦਾ, ਉਹ ਲੜਕੀ ਦਾ ਵਿਆਹ ਸੀ। ਇੱਧਰ ਤੁਕਲਾਣੀ ਪਿੰਡ, ਜਿਹਨੂੰ ਅੱਜ ਕੱਲ੍ਹ ਗੁੰਮਟੀ ਕਹਿੰਦੇ ਨੇ, ਇੱਥੋਂ ਇੱਕ ਸਾਦਾ ਨਾਮ ਦਾ ਜਿਹੜਾ ਲਾਲਾ ਵਾਲੇ ਨੂੰ ਮੰਨਣ ਵਾਲਾ ਸੀ, ਤੁਰਕ ਨੂੰ ਮੰਨਣ ਵਾਲਾ ਸੀ, ਉਹ ਬਰਾਤ ਲੈ ਕੇ ਆਪਣੇ ਪੁੱਤਰ ਸਾਧੂ ਨੂੰ ਜਾਂ ਸਿੱਧੂ ਨੂੰ, ਇਸ ਤਰ੍ਹਾਂ ਉਹਦੇ ਦੋ ਨਾਮ ਆਉਂਦੇ, ਬਰਾਤ ਲੈ ਕੇ ਇੱਥੇ ਵੱਡੇ ਘਰ ਵਿਆਹੁਣ ਆਇਆ ਆਪਣੇ ਪੁੱਤਰ ਨੂੰ। ਹੁਣ ਜਿਹੜਾ ਵੱਡੇ ਘਰ ਵਾਲਾ ਸੀ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਸੇਵਕ ਸੀ, ਗੁਰੂ ਨਾਨਕ ਸਾਹਿਬ ਦਾ ਪੁਜਾਰੀ ਸੀ। ਤੇ ਜਦੋਂ ਸਾਰੀ ਰਸਮ ਹੋ ਗਈ ਤੇ ਪਿਓ ਨੂੰ ਪਤਾ ਚੱਲ ਗਿਆ ਵੀ ਜਿੱਥੇ ਸਾਡੀ ਲੜਕੀ ਨੇ ਹੁਣ ਜਾਣਾ ਹੈ ਨਾ, ਇਹ ਲਾਲਾਂ ਵਾਲੇ ਨੂੰ ਮੰਨਣ ਵਾਲੇ ਹੈ। ਫਿਰ ਦੋਵੇਂ ਆਪਣੀ ਲੜਕੀ ਨੂੰ ਸਮਝਾਉਣ ਲੱਗੇ, ਕਹਿੰਦੇ ਵੀ ਆਪਾਂ ਹੈਗੇ ਗੁਰੂ ਨਾਨਕ ਦੇ ਸਿੱਖ, ਆਪਾਂ ਗੁਰੂ ਨਾਨਕ ਤੋਂ ਬਗੈਰ ਹੋਰ ਨੂੰ ਨਹੀਂ ਕਿਸੇ ਨੂੰ ਮੰਨਦੇ। ਐ ਪੁੱਤਰੀ, ਮੈਨੂੰ ਪਤਾ ਲੱਗ ਗਿਆ ਵੀ ਜਿੱਥੇ ਹੁਣ ਤੂੰ ਜਾਣਾ ਨਾ, ਜਿਹੜੇ ਤੇਰੇ ਜਿੱਥੇ ਤੇਰੇ ਪੇਕੇ ਹੈ, ਉਹ ਹੈਗੇ ਲਾਲਾਂ ਵਾਲੇ ਦੇ ਪੁਜਾਰੀ। ਉਹ ਭਾਵੇਂ 100 ਵਾਰੀ ਮੱਥਾ ਟੇਕਣ, ਤੂੰ ਨਹੀਂ ਮੱਥਾ ਟੇਕਣਾ ਲਾਲੇ ਵਾਲੀ ਖਾਕ ਨੂੰ, ਤੂੰ ਨਹੀਂ ਮੱਥਾ ਟੇਕਣਾ। ਹੁਣ ਧੀ ਨੇ ਤਾਂ ਮਾਂ ਪਿਓ ਦੀ ਗੱਲ ਮੰਨਣੀ ਹੈ, ਜਿਨ੍ਹਾਂ ਨੇ ਪਾਲੀ ਪੋਸੀ ਹੈ, ਪੱਕਾ ਕਰਤਾ ਵੀ ਕੋਈ ਕੁਝ ਹੋ ਜੇ, ਉਹ 100 ਵਾਰੀ ਕੁਝ ਕਰਨਾ, ਤੂੰ ਨਹੀਂ ਮੱਥਾ ਰਗੜਨਾ। ਇਹ ਪੱਕਾ ਕਰਕੇ ਪਹੁੰਚਦੀ। ਫਿਰ ਉਹ ਲੜਕੀ ਹੁਣ ਗੁਰੂ ਮਹਾਰਾਜ ਦੇ ਮੰਨਣ ਪੂਜਣ ਵਾਲੀ ਹੈ, ਉਹਨੂੰ ਰੰਗ ਚੜ੍ਹਿਆ ਹੈ, ਆਪਣੇ ਘਰ ਵਾਲੇ ਦੇ ਨਾਲ ਜਾਂਦੀ ਹੈ, ਨਾਲੇ ਬੇਨਤੀਆਂ ਕਰਦੀ, ਹੇ ਗੁਰੂ ਨਾਨਕ ਸਾਹਿਬ, ਹੇ ਗੁਰੂ ਨਾਨਕ ਸਾਹਿਬ, ਜਿੱਥੇ ਮੈਂ ਜਾਣਾ ਪੇਕੇ ਕਰ, ਉਹਨਾਂ ਨੂੰ ਵੀ ਮਹਾਰਾਜ ਆਪਣੇ ਸਿੱਖ ਬਣਾ ਲਓ, ਆਪਣੇ ਸਿੱਖ ਬਣਾ ਲਓ। ਮਹਾਰਾਜ ਇਹਨਾਂ ਨੇ ਮੈਨੂੰ ਕਹਿਣਾ ਮੱਥਾ ਟੇਕ, ਮੈਂ ਟੇਕਣਾ ਨਹੀਂ ਹੈ, ਮੈਂ ਫਿਰ ਮਹਾਰਾਜ ਪੇਕੇ ਕਰ ਕਿਵੇਂ ਰਹੂੰਗੀ, ਮੈਨੂੰ ਇਹ ਕੱਢ ਦੇਣਗੇ। ਤੁਸੀਂ ਗੁਰੂ ਨਾਨਕ ਸਾਹਿਬ ਪੂਰੇ ਸੂਰੇ ਆ, ਤੁਸੀਂ ਸਭ ਕੁਝ ਕਰ ਸਕਦੇ ਹੋ। ਹਾਂ, ਡੋਲੇ ਵਿੱਚ ਬੈਠੀ ਮਿੰਨਤਾਂ ਤਰਲੇ ਕਰ ਲਈ ਜਾਂਦੀ ਹੈ। ਜਦੋਂ ਭਾਈ ਕੀ ਡਰੋਲੀ ਦੇ ਨੇੜੇ ਉਹ ਗਏ ਨਾ, ਹੁਣ ਅੱਜ ਕੱਲ੍ਹ ਤਾਂ ਹੁਣ ਇਹ ਬਰਾਤਾਂ ਦਾ ਇਹੋ ਜਿਹਾ ਹੀ ਹੈ, 12-13 ਵਜੇ ਮੂੰਹ ਚੁੱਕਦੇ ਆ ਕਿਤੇ। ਉਦੋਂ ਬਰਾਤਾਂ ਸਾਜਰੇ ਜਾਂਦੀਆਂ ਅਤੇ ਸਾਜਰੇ ਆਨੰਦ ਹੁੰਦੇ ਸੀ, ਸਾਰਾ ਕੁਝ ਵਧੀਆ ਹੀ ਹੁੰਦਾ ਸੀ। ਇਸ ਕਰਕੇ ਉਹ ਕਹਿੰਦੇ ਵੀ ਹੁਣ ਸਵਖਤੇ ਚੱਲੋ, ਪੈੜਾ ਤੈਅ ਹੋ ਜਾਊਗਾ। ਡੋਲੇ ਨੂੰ ਮੂਹਰੇ ਲਾਤਾ, ਬਰਾਤ ਚੱਲ ਪਈ। ਇਸ ਹਫ਼ਤੇ ਤੜਕੇ ਸਾਜਰੇ 4 ਵਜੇ ਜਦੋਂ ਭਾਈ ਕੀ ਡਰੋਲੀ ਪਿੰਡ ਦੇ ਨੇੜੇ ਆਏ, ਇੱਥੇ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਹੋਏ ਸੀ ਤੇ ਕੀਰਤਨ ਹੋ ਰਿਹਾ ਸੀ, ਢੋਲਕੀਆਂ ਛੇਣੇ ਵੱਜ ਰਹੇ ਸੀ। ਲੜਕੀ ਨੇ ਝੱਟ ਪਛਾਣ ਲਿਆ ਵੀ ਇੱਥੇ ਤਾਂ ਸਾਡੇ ਸਤਿਗੁਰੂ ਆਏ ਲੱਗਦੇ ਹੈ, ਆਹ ਕੀਰਤਨ ਹੋ ਰਿਹਾ, ਬਾਣੀ ਗਾ ਰਹੇ ਹੈ। ਤੇ ਜਿਹੜਾ ਘਰ ਵਾਲਾ ਸੀ ਨਾ, ਉਹਨੂੰ ਕਹਿਣ ਲੱਗੇ ਵੀ ਇੱਥੇ ਸਾਡੇ ਸਤਿਗੁਰੂ ਆਏ ਹੋਏ ਨੇ ਤੇ ਆਪਾਂ ਚੱਲੀਏ ਮੱਥਾ ਟੇਕੀਏ ਉਹਨਾਂ ਨੂੰ, ਫਿਰ ਅੱਗੇ ਚੱਲਾਂਗੇ। ਤੇ ਘਰਾਂ ਨੂੰ ਕਹਿਤਾ ਵੀ ਇੱਧਰ ਨੂੰ ਲੈ ਕੇ ਚੱਲੋ ਇਹ ਡੋਲਾ। ਹੁਣ ਜਦ ਲੜਕੀ ਨੇ ਕਹਿਤਾ, ਕਿਉਂਕਿ ਲੜਕੀ ਵਾਲਿਆਂ ਨੇ ਕਹਾਰ ਦਿੱਤੇ ਸੀ ਨਾ, ਉਹਨੇ ਤਾਂ ਲੜਕੀ ਦੇ ਆਖੇ ਲੱਗਣਾ ਹੀ ਸੀ ਨਾ, ਘਰ ਉਹਦੇ ਨੂੰ ਚੱਲ ਪਏ। ਤੇ ਉਹ ਵੀ ਹੁਣ ਕੁਝ ਬੋਲ ਨਹੀਂ ਸਕਿਆ ਹੈ, ਉਹ ਘੋੜੀ 'ਤੇ ਚੜ੍ਹਿਆ ਮਗਰ ਮਰ ਜਾ ਰਿਹਾ ਹੈ, ਜਿਹੜਾ ਦਾ ਘਰ ਵਾਲਾ ਹੈ।
ਤੇ ਜਦੋਂ ਨੇੜੇ ਗਈ ਤੇ ਉਹ ਲੜਕੀ ਉਹ ਘਰ ਤੋਂ ਹੇਠਾਂ ਉਤਰੀ ਹੈ ਤੇ ਆਪਣੇ ਘਰ ਵਾਲੇ ਨੂੰ ਨਾਲ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਜਾ ਸੀਸ ਰੱਖਿਆ, ਮੱਥਾ ਟੇਕ ਗਿਆ ਤੇ ਘਰ ਵਾਲੇ ਦਾ ਵੀ ਟਿਕਾਇਆ। ਨਾਲ ਹੀ ਬੇਨਤੀ ਕਰਤੀ, ਮਹਾਰਾਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਕਿਰਪਾ ਕਰਕੇ ਜਿਵੇਂ ਸਾਨੂੰ ਸਿੱਖੀ ਦੀ ਬਖਸ਼ੀ ਹੈ, ਮਹਾਰਾਜ ਮੇਰੇ ਪੇਕੇ ਘਰ ਨੂੰ ਵੀ ਸਿੱਖੀ ਬਖਸ਼ੋ, ਇਹਨਾਂ ਨੂੰ ਵੀ ਆਪਣੇ ਸਿੱਖ ਬਣਾ ਲਓ ਮਹਾਰਾਜ। ਤੇ ਮਹਾਰਾਜ ਉਹ ਬੇਨਤੀ ਮੰਨ ਕੇ ਖੁਸ਼ ਹੋ ਗਏ। ਉਹ ਜਿਹੜਾ ਘਰ ਵਾਲਾ ਸੀ ਨਾ ਉਹਨੂੰ ਸਮਝਾਉਣ ਲੱਗਿਆ, ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਓਏ, ਤੁਸੀਂ ਮੁਸਲਿਆਂ ਨੂੰ ਮੰਨਦੇ ਆ, ਮੁਸਲਿਆਂ ਨੂੰ ਮੱਥਾ ਟੇਕਦੇ ਆ, ਮੁਸਲਿਆਂ ਦਾ ਜੂਠਾ ਖਾਣੇ ਤੁਸੀਂ, ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ। ਐਦੋਂ ਬਾਅਦ ਕਹਿੰਦੇ ਤੂੰ ਉੱਥੇ ਜਾ ਕੇ ਕਬਰ ਨਹੀਂ ਮੱਥਾ ਨਹੀਂ ਟੇਕਣਾ, ਉੱਥੋਂ ਦਾ ਰੋਟ ਨਹੀਂ ਖਾਣਾ ਹੈ। ਉਹਨੇ ਹੱਥ ਜੋੜ ਲਏ, ਕਹਿੰਦਾ ਜੀ 7 ਵਚਨ 7 ਵਚਨ 7 ਵਚਨ। ਕਹਿੰਦਾ ਮਹਾਰਾਜ ਹੁਣੇ ਮੈਨੂੰ ਆਪਣਾ ਸਿੱਖ ਬਣਾ ਲਓ। ਮਹਾਰਾਜ ਨੇ ਚਰਨ ਪੌਲ ਦੇ ਦਿੱਤੀ, ਕਹਿੰਦੇ ਲੈ ਵੀ ਤੂੰ ਹੁਣ ਗੁਰੂ ਨਾਨਕ ਦਾ ਸਿੱਖ ਹੈ, ਤੂੰ ਨਹੀਂ ਉੱਥੇ ਜਾ ਕੇ ਮੱਥਾ ਟੇਕ। ਕਹਿੰਦਾ ਮੱਥਾ ਤਾਂ ਕੀ ਟੇਕਣਾ, ਮੈਂ ਜਾਉਂਦਿਆਂ ਸਾਰ ਸਭ ਤੋਂ ਪਹਿਲਾਂ ਕਬਰ ਢਾਊਂਗਾ। ਜਾਣੀ ਛੇਵੇਂ ਪਾਤਸ਼ਾਹ ਨੇ ਇੰਨਾ ਪੱਕਾ ਕੀਤਾ, ਉਹ ਜਾਂਦਿਆਂ ਸਾਰ ਉਹਨੇ ਕਹੀ ਚੱਕ ਲਈ ਤੇ ਕਬਰ ਹੀ ਢਾਹ ਕੇ ਟਾਂਗੇ ਕਿੱਧਰ ਮਾਰੀਆਂ। ਉਹ ਮਾਂ ਪਿਓ ਦੇ ਰੌਲਾ ਪਾਉਣਾ, ਉਹ ਤਾਂ ਤੂੰ ਤੈਨੂੰ ਉਹ ਪੀਰ ਐਂ ਕਰ ਦੂ, ਉਹ ਤੈਨੂੰ ਪੀਰ ਅਰਗੂ ਐਂ ਕਰ ਦੂ, ਉਹ ਕਰ ਦੂ। ਉਹ ਕਹਿੰਦੇ ਜੋ ਮਰਜ਼ੀ ਕਰਦੇ, ਮੈਂ ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਬਣ ਗਿਆ, ਮੈਂ ਨਹੀਂ ਪੀਰ ਨੂੰ ਮੰਨਣਾ, ਮੈਂ ਨਹੀਂ ਇੱਥੇ ਕਬਰ ਰਹਿਣ ਦੇਣੀ। ਇੱਥੇ ਉਹ ਰਾਤ ਨੂੰ ਬਣਾਉਂਦੇ ਹੁੰਦੇ ਸੀ ਇਹ ਮਾਂ ਪਿਓ ਕਬਰ ਜੀ ਉਹਦੀ, ਤੇ ਦਿਨੇ ਉੱਠਦਾ ਇਹ ਕਹੀ ਫੜ ਕੇ ਢਾਹ ਦਿੰਦਾ। ਉਹ ਖੀਰੀ ਕਹਿੰਦੇ ਸਾਡਾ ਪੁੱਤ ਕਮਲ ਹੋ ਗਿਆ, ਹੁਣ ਕੀ ਕਰੇ, ਇਹਨੂੰ ਘਰੋਂ ਕੱਢ ਦਈਏ, ਵਿਆਹ ਕੇ ਲਿਆਂਦਾ। ਉਹ ਹੁਣ ਜਿਹੜੀ ਘਰ ਵਾਲੀ ਸੀ ਉਹ ਤਾਂ ਪਹਿਲੇ ਹੀ ਸਿੱਖਣੀ ਸੀ, ਉਹਨੇ ਕੀ ਪੀਰ ਨੂੰ ਕਬਰ ਨੂੰ ਮੱਥਾ ਟੇਕਣਾ ਸੀ। ਆਖਰੀ ਉਹ ਰੌਲਾ ਜਿਹਾ ਪਾ ਕੇ ਸਾਖ ਸੰਬੰਧੀ ਵੀ ਮੁੜ ਗਏ, ਕਹਿੰਦੇ ਇਹਨੂੰ ਬਈ ਪੀਰ ਦੀ ਮਾਰ ਵਗ ਗਈ, ਇਹ ਆਇਆ ਆਪੇ ਹੁਣ ਪੀਰ ਸਮਝਾਊਗਾ ਇਹਨੂੰ, ਐਂ ਹੋਊਗਾ। ਤੇ ਪੀਰ ਪੂਰਨੇ ਨੇ ਕੀ ਕਰਨਾ ਸੀ, ਉਹ ਅਸਲੀ ਜਿਹੜੇ ਯਾਰ ਪੀਰ ਜਗਤ ਗੁਰ ਬਾਬਾ ਹੈ ਜਾਂ ਛੱਠੋਂ ਪੀਰ ਬੈਠਾ ਗੁਰ ਭਾਰੀ, ਉਹਦਾ ਤਾਂ ਉਹ ਸੇਵਕ ਸਿੱਖ ਬਣ ਗਏ। ਇਹ ਹੁਣ ਕੀ ਕਰਨਗੇ? ਤੇ ਬਸ ਉਹ ਫਿਰ ਜਦੋਂ ਮਹਾਰਾਜ ਦਾ ਸਿੱਖ ਸੇਵਕ ਬਣ ਗਿਆ ਤੇ ਫਿਰ ਘਰੇ ਉਹਨਾਂ ਦੇ ਪੁੱਤਰ ਹੋਇਆ। ਤੇ ਜੰਗਲ ਵਿੱਚ ਲੱਕੜਾਂ ਵੱਢ ਕੇ ਮਾਂ ਪਿਓ ਪੁੱਤਰ ਉਹ ਆਪਣਾ ਗੁਜ਼ਾਰਾ ਕਰਦੇ ਸੀ। ਤੇ ਪਾਣੀ ਦਾ ਕੂਨਾ ਜਿਹਾ ਭਰ ਕੇ ਬਾਹਰ ਲੈ ਜਾਂਦੇ ਤੇ ਜੰਡ ਦੇ ਨਾਲ ਉੱਤੇ ਬੰਨ੍ਹਦੇ ਵੀ ਹਵਾ ਲੱਗ ਕੇ ਠੰਡਾ ਹੋ ਜਾਊਗਾ, ਜਦੋਂ ਤੇਲ ਲੱਗੀ ਪੀ ਲਿਆ ਕਰਾਂਗੇ। ਫਿਰ ਉਹ ਪੁੱਤਰ ਦਾ ਨਾਂ ਇਹਨਾਂ ਨੇ ਰੂਪਾ ਰੱਖਿਆ ਸੀ। ਤੇ ਜਦੋਂ ਤੇਜ਼ ਹੀ ਲੱਗੀ ਤੇ ਉਹ ਚੜ੍ਹਿਆ, ਕੂਨੇ ਦਾ ਪਾਣੀ ਬਹੁਤ ਠੰਡਾ ਹੋਇਆ। ਪਿਤਾ ਨੂੰ ਕਹਿੰਦਾ ਵੀ ਪਾਣੀ ਬਹੁਤ ਠੰਡਾ ਹੈ। ਵੀ ਸਿਆਣੇ ਕਹਿੰਦੇ ਹੁੰਦੇ ਵੀ ਜਿਹੜੀ ਸਭ ਤੋਂ ਵਧੀਆ ਚੀਜ਼ ਹੋਊਗੀ ਗੁਰੂ ਨੂੰ ਭੇਟਾ ਕਰੀ ਦੀ ਹੈ। ਹੁਣ ਇਹ ਵੀ ਜਿਹੜਾ ਠੰਡਾ ਜਲ ਇਹੋ ਜਿਹਾ ਹੋਇਆ, ਇਹ ਤਾਂ ਬਈ ਮਹਾਰਾਜ ਦੇ ਪੀਣ ਯੋਗ ਹੈ। ਪਿਓ ਗਿਆ, ਪਿਓ ਕਹਿੰਦਾ ਵੀ ਗੱਲ ਤਾਂ ਤੇਰੀ ਪੁੱਤਰ ਠੀਕ ਹੈ ਤਾਂ ਹੁਣ ਇਹ ਛੇਵੇਂ ਪਾਤਸ਼ਾਹ ਦੇ ਜਲ ਛਕਣ ਯੋਗ ਹੈ। ਪਰ ਹੁਣ ਮਹਾਰਾਜ ਵੀ ਪੁੱਤਰ ਆ ਕੇ ਕਿਵੇਂ ਐਡੀ ਦੂਰ ਛਕਣਗੇ, ਪਤਾ ਨਹੀਂ ਮਹਾਰਾਜ ਕਿੱਥੇ ਹੋਣਗੇ। ਹੁਣ ਰੂਪਾ ਜਿਹੜਾ ਸੀ ਉਹਨੂੰ ਤਾਂ ਰੰਗ ਚੜ੍ਹਿਆ ਪਿਆ ਸੀ, ਕਿਉਂਕਿ ਜਦੋਂ ਮਾਂ ਨੂੰ ਰੰਗ ਚੜ੍ਹਿਆ ਤੇ ਪੁੱਤਰ ਨੂੰ ਕਿਵੇਂ ਨਾ ਚੜੂਗਾ। ਉਹਨੇ ਉੱਧਰ ਕਿੱਧਰ ਜਾਣਾ, ਉਹ ਵੀ ਲੱਗਿਆ ਪਿਆ ਉੱਧਰ ਧੂੰਗੂ। ਕਹਿੰਦਾ ਨਹੀਂ ਪਿਤਾ, ਛੇਵੇਂ ਪਾਤਸ਼ਾਹ ਕੋਈ ਮਨੁੱਖ ਥੋੜ੍ਹੇ ਹੈ,
ਛੇਵੇਂ ਪਾਤਸ਼ਾਹ ਤਾਂ ਰੱਬ ਹੈ। ਗੁਰੂ ਹਰਗੋਬਿੰਦ ਸਾਹਿਬ ਕਿੱਥੇ ਨਹੀਂ ਹੈਗੇ, ਮਹਾਰਾਜ ਤਾਂ ਸਾਰੇ ਥਾਵਾਂ 'ਤੇ ਹੈ। ਬਈ ਮੈਂ ਤਾਂ ਬਈ ਮਹਾਰਾਜ ਨੂੰ ਛਕਾਏ ਬਿਨਾਂ ਜਲ ਨਹੀਂ ਛਕਣਾ। ਪਿਓ ਤੂੰ ਜਿਵੇਂ ਮਰਜ਼ੀ ਕਹਿ। ਕਹਿੰਦਾ ਪੁੱਤਰ ਜੇ ਤੂੰ ਨਹੀਂ ਪੀਂਦਾ ਫਿਰ ਮੈਂ ਵੀ ਨਹੀਂ ਹੈ। ਇਹ ਹੁਣ ਗੁਰੂ ਹੀ ਆ ਕੇ ਛਕਣਗੇ, ਫੇਰ ਹੀ ਆਪਾਂ ਛਕਾਂਗੇ। ਹੁਣ ਦੁਪਹਿਰ ਦਾ ਮਹੀਨਾ ਤੇ ਲੱਗੀ ਹੈ, ਬਿਆਕਲ ਹੋ ਗਏ, ਅਖੀਰੀ ਉੱਥੇ ਹੀ ਪੈ ਗਏ। ਤੇ ਤਾਂ ਲੱਗੀ ਹੈ, ਬੇਹੋਸ਼ੀ ਹੈ, ਧੁੱਪਰ ਪੈਂਦੀ, ਤਪਸ਼ ਪੈਂਦੀ ਹੈ। ਤੇ ਹੁਣ ਨਹੀਂ ਪੀਤਾ ਪਾਣੀ ਤੋਂ ਬਗੈਰ ਤਾਂ ਮਨੁੱਖ। ਹੁਣ ਪਾਣੀ ਪਿਓ ਹੈ, ਪਾਣੀ ਪਿਤਾ ਲਿਖਿਆ ਹੈ। ਪਿਤਾ ਤੋਂ ਬਿਨਾਂ ਮਰਨਾ ਹੋ ਜਾਣਾ ਮਨੁੱਖ ਦਾ, ਪਾਣੀ ਬਿਨਾਂ ਮਰਨਾ ਹੈ। ਬੇਹੋਸ਼ ਪਿਆ। ਇੱਧਰ ਛੇਵੇਂ ਪਾਤਸ਼ਾਹ ਦੂਜੀ ਵਾਰ ਆਏ, ਭਾਈ ਕੀ ਡੁਰਲੀ ਆਏ ਹੋਏ ਸੀ। ਤੇ ਮਹਾਰਾਜ ਨੇ ਦੁਪਹਿਰੇ ਹੀ ਬਸ ਘੋੜਾ ਸਜਾ ਕੇ ਇਕੱਲੇ ਹੀ ਬਸ, ਉਹ 30-35 ਕੋਹ ਹੈ ਇੱਥੋਂ ਸਿੱਧਾ। ਬਸ ਥੋੜ੍ਹੇ ਸਮੇਂ ਵਿੱਚ ਮਹਾਰਾਜ ਜਾ ਖੜੇ। ਇਹ ਗੁੰਮਟੀ ਜਿੱਥੇ ਉਹ ਬਾਹਰ ਹੁਣ ਜੰਡਸਰ ਗੁਰਦੁਆਰਾ ਬਣਿਆ ਹੋਇਆ ਨਾ, ਉੱਥੇ ਮਹਾਰਾਜ ਦੇ ਪਏ ਸੀ ਜੰਗਲ ਵਿੱਚ। ਤੇ ਮਹਾਰਾਜ ਜਿਵੇਂ ਕੋਈ ਬਹੁਤ ਤਿਹਾਇਆ ਹੁੰਦਾ ਨਾ, ਇਉਂ ਬੋਲਦੇ ਬਈ ਬਹੁਤ ਤੇ ਲੱਗੀ ਹੈ ਵੀ ਇੱਥੇ ਕੋਈ ਨੇੜੇ ਤੇਰੇ ਠੰਡਾ ਜਲ ਵਾਲਾ। ਜੋ 2-4 ਬਾਜਾਂ ਜੀਆਂ ਮਾਰੀਆਂ ਤੇ ਭਾਈ ਰੂਪੇ ਦੇ ਕੰਨ ਵਿੱਚ ਬਾਜ ਪੈ ਗਈ ਹੈ। ਉੱਠਿਆ ਤੇ ਦੇਖਿਆ, ਛੱਟ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਉਤੋਂ ਕੂਨਾ ਲੈ ਆਂਦਾ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਜਲ ਛਕੋ। ਤੇ ਮਹਾਰਾਜ ਨੇ ਛਕ ਲਿਆ। ਤੇ ਫਿਰ ਪਿਓ ਨੂੰ ਮੂੰਹ ਹਿਲਾਇਆ ਚਲਾਇਆ, ਕਹਿੰਦਾ ਮਹਾਰਾਜ ਆ ਗਿਆ, ਜਲ ਛਕ ਲਿਆ, ਤੂੰ ਵੀ ਛਕ ਲਾ ਪਿਤਾ। ਉਹ ਸੁਣ ਕੇ ਉੱਠ ਵੀ ਹੋ ਵੀ ਖੜਗਾ। ਕਹਿੰਦਾ ਵੀ ਇਹ ਤੇਰਾ ਪ੍ਰੇਮ ਹੈ ਗੁਰੂ ਨਾਲ ਅਸਲੀ, ਤੇਰੇ ਪ੍ਰੇਮ ਕਰਕੇ ਮਹਾਰਾਜ ਇੱਥੇ ਆ ਗਏ। ਹੈ ਤਾਂ ਮੈਂ ਵੀ ਭਾਵੇਂ ਗੁਰੂ ਕਾ ਸਿੱਖ ਮੈਂ, ਪਰ ਤੂੰ ਬਈ ਅੱਗੇ ਲੰਘ ਗਿਆ ਹੈ। ਫਿਰ ਮਹਾਰਾਜ ਨੇ ਉਹ ਜਲ ਵੀ ਛਕਿਆ, ਉਹਨਾਂ ਨੂੰ ਵੀ ਛਕਾਇਆ। ਫਿਰ ਉੱਥੇ ਕਿਹਾ ਵੀ ਇੱਥੇ ਤੁਸੀਂ ਹੁਣ ਨਗਰ ਵਸਾਓ। ਤੇ ਉਹਦੇ ਪਿਓ ਨੂੰ ਕਹਿੰਦੇ ਵੀ ਹੁਣ ਆਪਣੇ ਪੁੱਤਰ ਦੇ ਨਾਂ 'ਤੇ ਇਹਦਾ ਨਾਂ ਨਗਰ ਦਾ ਨਾਮ ਰੱਖਣਾ। ਇਹ ਹੈ ਗੁਰੂ ਨਾਨਕ ਦਾ ਭਗਤ, ਹੋਰ ਨਹੀਂ ਕਿਸੇ ਦੇ ਨਾਂ 'ਤੇ ਰੱਖਣਾ। ਇਹਦਾ ਭਾਈ ਕਾ ਰੂਪਾ ਨਗਰ ਦਾ ਨਾਂ ਰੱਖਣਾ। ਇਹ ਬਹੁਤ ਵੱਡਾ ਮਹਾਨ ਹੋਊਗਾ ਮਾਲਵੇ ਦਾ ਸਿੱਖ। ਇਹਦੇ ਘਰ ਦੇ ਵਿੱਚ 6-7 ਪੁੱਤਰ ਹੋਣਗੇ। ਉਹ ਨਗਰ ਵਸਾਉਣਗੇ ਕਈ। ਬਹੁਤ ਵਾਧਾ ਕਰੂਗਾ ਇਹ ਤੇਰਾ ਪੁੱਤਰ, ਕਈ ਨਗਰ ਵਸਾਊਗਾ। ਇਹ ਛੇਵੇਂ ਪਾਤਸ਼ਾਹ ਮਹਾਰਾਜ ਉਹਨੂੰ ਵਰ ਦੇ ਕੇ ਬਖਸ਼ਿਸ਼ਾਂ ਕਰਕੇ ਤੇ ਫਿਰ ਵਾਪਸ ਆ ਗਏ ਸਨ। ਇਸ ਕਰਕੇ ਜਾਣੀ ਗੁਰੂ ਨਾਨਕ ਸਾਹਿਬ ਜਿੱਥੇ ਗਏ, ਛੇਵੇਂ ਪਾਤਸ਼ਾਹ ਜਿੱਥੇ ਗਏ, ਉਹਨਾਂ ਨੇ ਰੱਬ ਦੇ ਪੁਜਾਰੀ ਬਣਾਇਆ। ਜੇ ਕੋਈ ਇੱਧਰ ਉੱਧਰ ਭਟਕਦਾ ਸੀ ਉਹਨੂੰ ਛਡਾਇਆ। ਐਸ ਭਾਦੋਂ ਦੇ ਮਹੀਨੇ ਦੁਆਰਾ ਵੀ ਮਹਾਰਾਜ ਇਹੀ ਕੁਝ ਕਹਿ ਰਹੇ ਹੈ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ। ਹੁਣ ਜਿਹੜੇ ਭਰਮਾਂ ਵਿੱਚ ਪਏ ਭੁੱਲੇ ਭਟਕਦੇ, ਉਹਨਾਂ ਨੇ ਤਾਂ ਮੰਨਣਾ ਨਹੀਂ ਹੈਗਾ। ਕਿਉਂਕਿ ਜੇ ਕਿਸੇ ਨੂੰ ਭਰਮ ਪੈ ਜੇ ਨਾ, ਭਾਵੇਂ ਰੱਸੀ ਵੀ ਪਈ ਹੋਵੇ ਤਾਂ ਵੀ ਉਹਨੂੰ ਸੱਪ ਦਿਸੂਗਾ। ਕਿਉਂਕਿ ਭਰਮ ਪੈ ਗਿਆ, ਉਹ ਕਹੂਗਾ ਸੱਪ ਹੈ, ਸੱਪ ਹੈ। ਜੇ ਭਰਮ ਨਿਕਲ ਜਾਏ ਫਿਰ ਉਹ ਕਹੂਗਾ ਨੇ ਸੱਪ ਸੁੱਪ ਕਿਹੜਾ, ਇਹ ਤਾਂ ਰੱਸੀ ਪਈ ਹੈ ਬਿੰਗੀ ਢੇਡੀ। ਜੇ ਭਰਮ ਪੈ ਗਿਆ, ਦੂਰੋਂ ਜਿਹੜੀ ਸਿੱਪੀ ਹੈ ਨਾ, ਸੂਰਜ ਦੀ ਰੋਸ਼ਨੀ ਕਰਕੇ ਉਹ ਚਮਕੂਗੀ ਤੇ ਭੁਲੇਖਾ ਪਊਗਾ ਵੀ ਇਹ ਤਾਂ ਚਾਂਦੀ ਪਈ ਹੈ, ਇਹ ਤਾਂ ਮੋਤੀ ਪਏ ਹੈ। ਹੁੰਦੀਆਂ ਸਿੱਪੀਆਂ ਪਈਆਂ, ਪਰ ਭਰਮ ਕਰਕੇ ਭੁਲੇਖਾ ਪੈਂਦਾ ਵੀ ਇਹ ਚਾਂਦੀ ਪਈ ਹੈ, ਮੋਤੀ ਪਏ ਹੈ। ਹੁਣ ਕਿੱਥੇ ਸਿੱਪੀ, ਕਿੱਥੇ ਮੋਤੀ, ਕਿੱਥੇ ਚਾਂਦੀ, ਕਿੱਥੇ ਸਿੱਪੀ, ਨਿਕੰਮੀ। ਪਰ ਭਰਮ ਕਰਕੇ ਮਨੁੱਖ ਨੂੰ ਹੈ, ਭਰਮ ਕਰਕੇ ਮਨੁੱਖ ਰੱਸੀ ਨੂੰ ਸੱਪ ਸਮਝਦਾ, ਭਰਮ ਕਰਕੇ ਸਿੱਪੀ ਨੂੰ ਇਹ ਚਾਂਦੀ ਤੇ ਮੋਤੀ ਸਮਝਦਾ। ਐਵੇਂ ਹੀ ਭਰਮ ਕਰਕੇ ਮਨੁੱਖ ਜਿਹੜੇ ਨਿਕੰਮੇ ਲੋਕ ਆ ਨਾ, ਉਹਨੂੰ ਵੱਡੇ ਵੱਡੇ ਪੀਰ ਫਕੀਰ ਬਣਾਈ ਫਿਰਦਾ।
ਹੁੰਦੇ ਤਾਂ ਉਹ ਜਿਵੇਂ ਰੱਸੀ ਹੁੰਦੀ ਨਾ, ਜਿਵੇਂ ਸੱਪ ਹੁੰਦਾ ਜਾਂ ਸਿੱਪੀ ਹੁੰਦੀ ਹੈ, ਨਿਕੰਮੇ, ਪਰ ਇਹ ਉਹਨਾਂ ਨੂੰ ਮਹਾਨ ਸਮਝਦਾ ਹੈ। ਮਹਾਰਾਜ ਕਹਿੰਦੇ ਭਾਦੋ ਇਹ ਭਰਮ ਭੁਲਾਣੀਆਂ ਹੈ। ਗੁਰਸਿੱਖੋ ਭਾਦੋ ਦੇ ਮਹੀਨੇ ਦੁਆਰਾ ਕਹਿੰਦੇ ਜਿਨ੍ਹਾਂ ਦੇ ਅੰਦਰ ਦਵੈਤ ਭਾਵ ਹੈ, ਦੁਚਿੱਤਾਪਣ ਹੈ, ਜਿਨ੍ਹਾਂ ਦਾ ਰੱਬ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਦੂਜੇ ਨਾਲ ਪ੍ਰੇਮ ਲੱਗਾ ਹੈ, ਉਹ ਤਾਂ ਭੁੱਲੇ ਹੋਏ ਭਟਕਦੇ ਤੇ ਦੁਖੀ ਹੀ ਹੁੰਦੇ ਹਨ। ਲੱਖ ਸ਼ਿੰਗਾਰ ਬਣਾਇਆ, ਉਹਨੇ ਭਾਵੇਂ ਲੱਖਾਂ ਸ਼ਿੰਗਾਰ ਬਣਾ ਲਿਆ ਹੋਵੇ, ਲੱਖਾਂ ਸਾਧਨ, ਬਹੁਤੇ ਸਾਧਨ ਵੀ ਕਰ ਲਏ ਹੋਣ, ਸਭ ਕੁਝ ਕਰ ਲਿਆ ਹੋਵੇ, ਕਾਰਜ ਨਾਹੀ ਕੇਤ। ਪਰ ਜੇ ਉਹ ਪਰਮੇਸ਼ਰ ਨੂੰ ਨਹੀਂ ਮੰਨਣ ਵਾਲਾ, ਭਰਮਾਂ ਭੁਲੇਖਾਂ ਵਿੱਚ ਪਿਆ ਹੋਇਆ, ਫਿਰ ਉਹਦੇ ਸਾਰੇ ਕਿਸੇ ਕੰਮ ਨਹੀਂ ਹੈ। ਇਵੇਂ ਜਿਹੜੀ ਰੂਹ ਹੈ ਨਾ ਅੰਦਰਲੀ, ਜੇ ਭਰਮਾਂ ਭੁਲੇਖਾਂ ਵਿੱਚ ਪੈ ਜਾਈ ਨਾ, ਜੇ ਲੱਖਾਂ ਪੀਰਾਂ ਫਕੀਰਾਂ ਨੂੰ ਮਨਾਈ ਜਾਵੇ, ਇਹਦੇ ਕਿਸੇ ਕੰਮ ਨਹੀਂ ਹੈ, ਕੋਈ ਲਾਭ ਨਹੀਂ ਹੋਊਗਾ। ਇਹ ਗੁਰੂ ਅਰਜਨ ਦਾ ਮਾਰਾ ਭੁਲੇਖਾ ਕੱਢ ਲਿਆ ਨਹੀਂ। ਜਿਹੜੀਆਂ ਗੁਰੂ ਪਰਮੇਸ਼ਰ ਤੋਂ ਉਲਟ ਚੱਲਦੀਆਂ ਨਾ ਰੂਹਾਂ, ਉਹ ਦੁਖੀ ਹੁੰਦੀਆਂ, ਅਤੇ ਜਿਹੜੀਆਂ ਸੁਹਾਗਣਾ ਉਹ ਪਤਵਰ ਤਾਂ ਸੁਖੀ ਰਹਿੰਦੀਆਂ। ਇਵੇਂ ਦੁਹਾਗਣਾ ਦੁਖੀ ਰਹਿੰਦੀਆਂ ਹੁੰਦੀਆਂ ਤਾਂ ਉਹ ਵੀ ਇਸਤਰੀ ਹੈ, ਪਰ ਦੁਖੀ ਛੁੱਟੜ ਹੈ। ਜਿਵੇਂ ਬਾਹਰਲੇ ਰੂਪ ਦੇ ਵਿੱਚ ਵੀ ਜਿਹੜੀ ਕੋਈ ਆਪਣੇ ਮਾਲਕ ਦੇ ਆਗਿਆ ਵਿੱਚ ਨਹੀਂ, ਉਲਟ ਚੱਲਦੀ ਹੈ, ਪੁੱਠੇ ਪਾਸੇ ਚੱਲਦੀ ਹੈ, ਉਹ ਵੀ ਦੁਖੀ ਹੁੰਦੀ, ਅਖੀਰੀ ਉਹਦਾ ਖਾਤਮਾ ਹੋ ਜਾਂਦਾ ਹੈ। ਸਤਿਗੁਰੂ ਗੁਰਬਚਨ ਸਿੰਘ ਖਾਲਸਾ ਜੀ ਇੱਕ ਉਹ ਸਾਖੀ ਸੁਣਾਇਆ ਕਰਦੇ ਸਨ। ਕਹਿੰਦੇ ਆ ਹਰੀ ਕੇ ਪੱਤਣ ਦੇ ਨੇੜੇ ਤੇੜੇ ਇਹੋ ਜਿਹਾ ਇੱਕ ਸੀਗੀ ਜਿਹੜੀ ਆਪਣੇ ਮਾਲਕ ਤੋਂ ਉਲਟੀ ਚੱਲਦੀ ਸੀ, ਜਾਣੀ ਜਿਵੇਂ ਉਹ ਕਹਿੰਦਾ ਸੀ ਉਹ ਤੋਂ ਪੁੱਠਾ ਕਰਦੀ ਸੀ, ਵੀ ਮੈਂ ਐਂ ਨਹੀਂ ਕਰਨਾ, ਐਂ ਕਰਨਾ ਹੈ। ਉਹ ਮਾਲਕ ਸਿਆਣਾ ਸੀ, ਉਹਨੂੰ ਸਬੰਧਤਾ ਜੁੜ ਗਿਆ, ਨਰੜਤਾ ਹੋ ਗਿਆ, ਸਮਾਂ ਤਾਂ ਕੱਢਣਾ ਹੀ ਆ ਨਾ ਉਹਨੇ ਉਹਦੇ ਨਾਲ। ਉਹ ਫਿਰ ਜਦੋਂ ਕੋਈ ਉਹ ਤੋਂ ਕੰਮ ਕਰਾਉਣਾ ਹੁੰਦਾ ਨਾ, ਉਲਟਾ ਕਹਿੰਦਾ, ਪੁੱਠਾ ਕਹਿੰਦਾ ਵੀ ਆਹ ਨਹੀਂ ਆਪਾਂ ਕਰਨਾ ਹੈ। ਉਹਨੇ ਕਹਿਣਾ ਇਹ ਤਾਂ ਕਰਨਾ ਹੀ ਕਰਨਾ ਹੈ, ਜਿਹੜਾ ਤੂੰ ਕਹਿੰਦਾ ਵੀ ਇਹ ਨਹੀਂ ਕਰਨਾ, ਇਹ ਤਾਂ ਕਰਨਾ ਹੀ ਕਰਨਾ ਹੈ, ਅਤੇ ਉਹਨੇ ਕਰ ਦੇਣਾ। ਇੱਕ ਵਾਰੀ ਉਹਨੇ ਕਿਹਾ ਵੀ ਲੈ ਵੀ ਭਗਤਣੀਏ, ਆ ਲੋਕ ਬਜ਼ੁਰਗਾਂ ਦੇ ਨਾਂ ਥੋੜ੍ਹਾ ਥੋੜ੍ਹਾ ਦਾਨ ਪੁੰਨ ਕਰਦੇ ਹੁੰਦੇ ਆ, ਅਤੇ ਆਪਾਂ ਵੀ ਕਰਦੇ ਹੀ ਹੁੰਦੇ ਸੀ। ਆਪਣੇ ਦਾਦੇ ਪੜਦਾਦੇ ਹੀ, ਮੇਰਾ ਪਿਓ ਵੀ ਕਰਦਾ ਸੀ, ਦਾਦਾ ਪੜਦਾਦਾ ਵੀ ਕਰਦਾ ਸੀ, ਆ ਹੁਣ ਆ ਰਹੇ ਦਿਨ। ਉਹ ਤਾਂ ਆਪਣਾ ਗੱਜ ਵੱਜ ਕੇ ਦਾਦਿਆਂ ਪੜਦਾਦਿਆਂ ਦੇ ਨਵੇਤ ਵੀ ਆਪਾਂ ਭੋਜਨ ਛਕਾਉਣਾ ਘਰੇ ਲਿਆ ਕੇ, ਘਰੇ ਲਿਆ ਕੇ ਕਿਸੇ ਨੂੰ ਨਹੀਂ ਛਕਾਉਣਾ ਹੈ, ਅਤੇ ਆਪਾਂ ਇਹ ਲੰਗਰ ਛਕਾਉਣਾ ਹੀ ਨਹੀਂ ਹੈ, ਇਹ ਭੋਜਨ ਨਹੀਂ ਕਰਨਾ ਹੈ, ਕਿਸੇ ਨੂੰ ਨਹੀਂ ਬੁਲਾਉਣਾ ਆਪਾਂ, ਨਾ ਖੀਰ ਬਣਾਉਣੀ, ਨਾ ਕੜਾਹ ਬਣਾਉਣੀ, ਨਾ ਸਬਜ਼ੀ, ਨਾ ਦਾਲ, ਬਸ ਐਤੀ ਨਹੀਂ ਆਪਣਾ ਬਜ਼ੁਰਗਾਂ ਨੂੰ ਮੰਨਣਾ ਪਿਆ। ਉਹ ਕਹਿੰਦੇ ਇਹ ਕਿਵੇਂ, ਮੈਂ ਤਾਂ ਚੰਗੀ ਤਰ੍ਹਾਂ ਲੰਗਰ ਪਾਣੀ ਕਰੂੰਗੀ, ਮੈਂ ਤਾਂ ਸਾਰਿਆਂ ਨੂੰ ਬੁਲਾਉਂਗੀ, ਅੱਗੇ ਇਹਨਾਂ ਨੂੰ ਵੱਧ ਕਰੂੰਗੀ। ਉਹ ਕਹਿੰਦਾ ਨਾ, ਤੈਨੂੰ ਮੈਂ ਕਹਿ ਤਾ ਵੀ ਨਹੀਂ ਕਰਨਾ ਹੈ, ਤੇ ਕਹਿੰਦੇ ਤੂੰ ਕੌਣ ਹੈ ਮੈਨੂੰ ਰੋਕਣ ਵਾਲਾ। ਉਹ ਉਹਨਾਂ ਨੇ ਕਰਾਉਣਾ ਹੀ ਸੀਗਾ, ਵੀ ਉਹ ਤਾਂ ਨਹੀਂ, ਉਹਨੂੰ ਪਤਾ ਸੀ ਵੀ ਇਹਨੇ ਉਲਟ ਚੱਲਣਾ ਹੈ, ਕਹਿਤਾ ਵੀ ਨਹੀਂ। ਉਹ ਕਹਿੰਦੇ ਮੈਂ ਕਰੂੰਗੀ। ਸਾਰਾ ਲੰਗਰ ਪਾਣੀ ਖੁੱਲ੍ਹਾ ਡੁੱਲਾ ਕੀਤਾ, ਹੌਲੀ ਵਿੱਚ ਕੰਨ 'ਚ ਫੂਕ ਮਾਰੀ, ਕਹਿੰਦਾ ਚੱਲ ਹੁਣ ਤੂੰ ਉਲਟ ਤਾਂ ਚੱਲੀ ਹੈ, ਇੱਕ ਗੱਲ ਤਾਂ ਮੇਰੀ ਮੰਨ ਲਾ, ਤੂੰ ਹੁਣ ਇਹਨਾਂ ਨੂੰ ਦਛਨਾ ਨਾ ਦੇਈ, ਰੁਪਈਆ ਨਾ ਮੱਥਾ ਟੇਕੀ। ਉਹ ਕਹਿੰਦੇ ਤੂੰ ਕਹਿੰਦੇ ਆ ਕਿ ਮੈਂ ਤਾਂ ਦੋ ਮੱਥਾ ਟੇਕੂ। ਉਹਨੇ ਦੋ ਟੇਕਦੇ ਮੱਥੇ, ਕਿਉਂਕਿ ਉਲਟ ਚੱਲ ਉਹਨੇ ਕਰਾਉਣਾ ਹੀ ਸੀ ਉਹ ਤੋਂ, ਕਿਉਂ ਸਿਆਣਾ ਸੀ ਉਹ ਵੀ, ਇਹਨੇ ਉਲਟ ਚੱਲਣਾ, ਆਪਾਂ ਕਰੋ ਹੀ ਉਲਟ। ਉਹ ਕਹਿੰਦਾ ਇੱਕ ਮੱਥਾ ਨਹੀਂ ਟੇਕਣਾ, ਉਹ ਕਹਿੰਦਾ ਮੈਂ ਦੋ ਟੇਕੂਗੀ, ਦੋ ਟਿਕਾ ਤੇ ਚਲੋ ਹੋ ਗਿਆ। ਉਦੋਂ ਬਾਅਦ ਕਹਿੰਦਾ ਵੀ ਸੁਣ ਲਾ ਭਗਤਣੀਏ, ਆ ਜਿਹੜਾ ਟੇਕਿਆ ਰਹੇ ਤੇਰਾ ਇੱਕ ਬਲਦ ਆਪਾਂ ਨੂੰ ਦਿੱਤਾ ਸੀ, ਬਹੁਤ ਵਧੀਆ ਹੈ। ਕਹਿੰਦਾ ਲੈ ਵੀ ਮੇਰਾ ਤਾਂ ਹੁਣ ਇਹ ਮਨ ਉਹ ਕਰਦਾ ਵੀ ਨਾ ਤਾਂ ਮੈਂ ਤੇਰੇ ਪੇਕੇ ਜਾਣਾ ਹੈ,
ਤੇ ਨਾ ਤੇਰਾ ਬਲਦ ਮੋੜ ਕੇ ਆਉਣਾ ਹੈ। ਤੂੰ ਜਾਣਾ 20 ਵਾਰੀ ਜਾ, ਨਾ ਬਲਦ ਮੋੜਨਾ ਨਾ ਪੇਕੇ ਤੇਰੇ ਜਾਣਾ ਹੈ। ਉਹ ਉਲਟ ਚੱਲਣੀ, ਕਹਿੰਦੇ ਵੀ ਤੈਨੂੰ ਵੀ ਲੈ ਕੇ ਜਾਣਾ ਤੇ ਬਲਦ ਨੂੰ ਵੀ ਲੈ ਕੇ ਜਾਣਾ ਹੈ। ਇਹ ਕਿਵੇਂ ਹੋ ਜਾਊਗਾ? ਬਲਦ ਨੂੰ ਵੀ ਲੈ ਕੇ ਜਾਣਾ ਤੇ ਤੈਨੂੰ ਵੀ ਨਾਲ ਲੈ ਕੇ ਜਾਣਾ। ਉਹ ਕਹਿੰਦਾ ਨਹੀਂ, ਮੈਂ ਨਹੀਂ ਜਾਣਾ ਹੈ। ਕਹਿੰਦੇ ਇਹ ਕਿਵੇਂ ਹੋ ਜਾਊਗਾ? ਤੁਰ ਪਏ, ਹਰੀਕੇ ਪਤਨ ਆ ਗਏ। ਫਿਰ ਉਹ ਸਿਆਣਾ ਕਹਿਣ ਲੱਗਾ ਵੀ ਭਗਤਣੀਏ ਤੂੰ ਮੇਰੀ ਗੱਲ ਮੰਨ, ਇੱਕ ਬੇੜੀ ਆਪਾਂ ਕਰਾ ਲੈਂਦੇ ਹਾਂ, ਨਾਲੇ ਤਾਂ ਆਪਾਂ ਦੋਵੇਂ ਚੜ੍ਹ ਜਾਵਾਂਗੇ, ਨਾਲ ਆਪਾਂ ਬੇੜੀ ਤੇ ਬਲਦ ਚੜਾ ਲਾਂਗੇ। ਇਹ ਵੀ ਸੌਖਾ ਲੰਘ ਜੂ, ਆਪਾਂ ਵੀ ਸੌਖਾ ਲੰਘ ਜਾਵਾਂਗੇ। ਤੇ ਪੈਸੇ ਆਪਣੇ ਕੋਲੇ ਹੈਗੇ ਆ, ਬੇੜੀ ਵਾਲਿਆਂ ਨੂੰ ਦੇ ਦਿਆਂਗੇ, ਨਹੀਂ ਤਾਂ ਆਪਾਂ ਔਖੇ ਹੋਵਾਂਗੇ, ਬਲਦ ਵੀ ਔਖਾ ਹੋਊਗਾ। ਕਹਿੰਦੇ ਨਹੀਂ, ਮੈਂ ਨਹੀਂ ਬੇੜੀ ਤੇ ਚੜ੍ਹਨਾ, ਮੈਂ ਤਾਂ ਬਲਦ ਦੀ ਪੂਛ ਫੜ ਕੇ ਚੜੂ। ਉਹ ਕਹਿੰਦਾ ਨਾ, ਤੂੰ ਬਲਦ ਦੀ ਪੂਛ ਨਾ ਫੜੀ। ਕਹਿੰਦੇ ਇਹ ਕਿਵੇਂ ਹੋ ਸਕਦਾ ਵੀ ਜੇ ਮੈਂ ਤੇਰੀ ਗੱਲ ਕਹੀ ਮੰਨ ਲਈ? ਮੈਂ ਤਾਂ ਬਲਦ ਦੀ ਪੂਛ ਫੜ ਕੇ ਨਾ ਬਸ ਹਰੀਕੇ ਪੱਤਨ ਤੋਂ ਪਾਰ ਹੋਣਾ। ਬਲਦ ਦੀ ਪੂਛ ਫੜ ਲਈ। ਉਹ ਹੁਣ ਬੇੜੀ ਤੇ ਚੜ੍ਹਿਆ ਹੋਇਆ ਸੀ, ਜਿਹੜਾ ਘਰ ਵਾਲਾ ਸੀ। ਜਦੋਂ ਵਿੱਚ ਵਿਚਾਲੇ ਜੇ ਗਿਆ ਨਾ ਬਲਦ, ਤੇ ਉਹ ਵੀ ਹੁਣ ਬਲਦ ਨਾਲ ਹੀ ਨਾਲ ਚੱਲ ਰਿਹਾ ਸੀ ਬੇੜੀ। ਉਹ ਕਹਿੰਦਾ ਸੁਣ ਲਾ ਮੇਰੀ ਧਿਆਨ ਨਾਲ, ਆਹ ਤੇਰੀ ਬਲਦ ਦੀ ਬੜੀ ਹੈਗੀ ਆ ਪੂਛ, ਇਹ ਘੁੱਟ ਕੇ ਫੜੀ ਨਹੀਂ, ਇਹ ਨਾ ਕਿਤੇ ਛੱਡ ਨਹੀਂ, ਡੁੱਬ ਜਾਏਗੀ। ਉੱਠਾ ਚੱਲਣਾ ਸੀ, ਕਹਿੰਦਾ ਆਹ ਲੈ, 4 ਗੁਣ ਗੋਤੇ ਹੈ ਤੇ ਵਿੱਚ ਡੁੱਬ ਗਈ, ਮਰ ਗਈ। ਹੁਣ ਰੁੜ ਗਈ। ਤੇ ਫਿਰ ਹੁਣ ਕਿਨਾਰੇ ਤੇ ਲੱਗਿਆ ਉਹ, ਤੇ ਫਿਰ ਹੁਣ ਕਿਨਾਰੇ ਜਿੱਧਰੋਂ ਪਾਣੀ ਆਉਂਦਾ ਨਾ ਉੱਧਰੋਂ ਤੁਰਿਆ ਜਾਵੇ। ਉਹ ਕੋਈ ਜ਼ਿਮੀਦਾਰ ਮਿਲ ਗਿਆ, ਉਹ ਕਹਿੰਦਾ ਵੀ ਨਵਾਂ ਜਾ ਤੂੰ ਲੱਗਦਾ, ਇੱਧਰ ਨੂੰ ਕਿੱਧਰ ਨੂੰ ਤੁਰਿਆ ਜਾਂਦਾ? ਉਹ ਕਹਿੰਦਾ ਭਰਾਵਾ ਕੀ ਦੱਸਾਂ, ਮੇਰੀ ਘਰ ਵਾਲੀ ਇਹੋ ਜਿਹੀ ਸੀ, ਉਹ ਬਈ ਇੱਥੇ ਵਿਚਾਲੇ ਆ ਕੇ ਡੁੱਬ ਗਈ। ਉਹਨੇ ਬਲਦ ਦੀ ਪੂਛ ਛੱਡਤੀ। ਮੈਂ ਬਥੇਰਾ ਕਿਹਾ ਉਹ ਬਲਦ ਦੀ ਪੂਛ ਨਾ ਛੱਡੀ, ਤੇ ਮੰਨਦੀ ਨਹੀਂ ਸੀ। ਕਹਿੰਦੇ ਉਹਨੇ ਪੂਛ ਛੱਡਤੀ ਤੇ ਹੁਣ ਉਹ ਰੁੜ ਗਈ ਹੈ। ਕਹਿੰਦੇ ਹੁਣ, ਕਹਿੰਦੇ ਮੈਂ ਹੁਣ ਲੱਭਣ ਚੱਲਿਆ। ਉਹ ਕਹਿੰਦੇ ਮੂਰਖਾ, ਇੱਧਰੋਂ ਤਾਂ ਪਾਣੀ ਆਉਂਦਾ, ਇੱਧਰ ਨੂੰ ਜਾਊਗੀ ਉਹ, ਇੱਧਰ ਨੂੰ ਦੇਖ ਲੱਭ। ਜੇ ਉਹਨੂੰ ਲੱਭ ਕੇ ਸੰਸਕਾਰਨਾ ਹੈ, ਉਹਦਾ ਤੁਸੀਂ ਕੁਝ ਕਰਨਾ ਹੈ, ਤੇ ਇੱਧਰ ਨੂੰ ਆ ਜਿੱਧਰ ਨੂੰ ਪਾਣੀ ਜਾਂਦਾ ਹੈ। ਉਹ ਕਹਿੰਦਾ ਭਰਾਵਾ ਮੈਂ ਮੂਰਖ ਨਹੀਂ, ਮੈਂ ਤਾਂ ਸਿਆਣਾ ਹੀ ਹਾਂ। ਪਰ ਉਹ ਇਹੋ ਜਿਹੀ ਸੀ ਕਿ ਕਹਿੰਦੇ ਉਹਨੇ ਉਲਟੇ ਪਾਸੇ ਜਾਣਾ ਹੈ। ਉਹ ਕਹਿੰਦਾ ਇੱਧਰ ਨਹੀਂ, ਕਹਿੰਦਾ ਇੱਧਰ ਨੂੰ ਗਈ ਹੋਣੀ ਹੈ, ਇਸ ਕਰਕੇ ਲੱਭਣਾ, ਕਹਿੰਦਾ ਇੱਧਰ ਨੂੰ ਨਹੀਂ ਕੋਈ ਲੱਭਣੀ। ਡੁੱਬ ਗਈ, ਮਰ ਗਈ। ਇਹ ਮਹਾਂਪੁਰਸ਼ ਸੁਣਾਇਆ ਕਰਦੇ ਸੀ ਵੀ ਜਿਹੜੇ ਰੱਬ ਨੂੰ ਛੱਡ ਕੇ ਨਾ, ਗੁਰੂ ਨੂੰ ਛੱਡ ਕੇ ਉਲਟੇ ਚੱਲਦੇ ਨਾ, ਉਹ ਫਿਰ ਡੁੱਬਦਾ ਹੀ ਹੈ, ਜਿਵੇਂ ਉਹ ਡੁੱਬ ਗਈ ਸੀ। ਇਹ ਦ੍ਰਿਸ਼ਟਾਂਤ ਆ ਵੀ ਜਿਹੜੀ ਰੂਹ ਅੰਦਰਲੀ ਹੈ, ਇਹ ਵੀ ਕਹਿੰਦੇ ਘਰ ਵਾਲੀ ਹੈ ਸਾਡੀ, ਜਿਹੜੀ ਸਾਡੀ ਘਰ ਵਾਲੀ ਨਹੀਂ, ਰੂਹ ਅੰਦਰ ਉਲਟ ਚੱਲਦੀ ਨਾ ਗੁਰੂ ਪਰਮੇਸ਼ਰ ਤੋਂ, ਫਿਰ ਇਹ ਵੀ ਡੁੱਬਦੀ ਹੈ। ਆਹ ਹੈ ਮਹਾਰਾਜ ਨੇ ਇਹਦੇ ਵਿੱਚ ਵੀ ਕਿਹਾ ਹੈ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਰ। ਇਹ ਲੱਖਾਂ ਯਤਨ ਕਰ ਲਏ, ਕਹਿੰਦੇ ਕਿਸੇ ਕੰਮ ਨਹੀਂ, ਇੱਥੇ ਹੀ ਡੁੱਬਦੀ ਹੈ। ਸੰਸਾਰ ਵਿੱਚ ਕੋਈ ਭੂਤ ਬਣ ਜਾਂਦਾ, ਕੋਈ ਪ੍ਰੇਤ ਬਣ ਜਾਂਦਾ, ਕੋਈ ਗਧਾ ਬਣ ਜਾਂਦਾ, ਕੋਈ ਗਰੀ ਬਣ ਜਾਂਦੀ ਹੈ, ਕੋਈ ਇਸੇ ਤਰ੍ਹਾਂ ਕਬਰਾਂ 'ਚ ਪੈ ਕੇ ਭੂਤ ਬਣਾ ਫਿਰਦਾ ਰਹਿੰਦਾ ਹੈ। ਚਿਤ ਦਿਨ ਦੇਹੇ ਬਿਨ ਸਸੀ। ਮਹਾਰਾਜ ਕਹਿੰਦੇ ਵੀ ਗੁਰੂ ਨਾਲੋਂ ਪ੍ਰੇਮ ਛੱਡਣ ਕਰਕੇ, ਪਰਮੇਸ਼ਰ ਨਾਲੋਂ ਪ੍ਰੇਮ ਛੱਡਣ ਕਰਕੇ ਹੋਰ ਕੀ ਕਹਿੰਦੇ ਦੁੱਖ ਖੜਾ ਹੁੰਦਾ ਹੈ। ਕਹਿੰਦੇ ਜਿਉਂਦਿਆਂ ਜਿਉਂਦਿਆਂ ਤਾਂ ਦੁੱਖ ਹੁੰਦਾ ਹੀ ਹੁੰਦਾ। ਜਿਤ ਦਿਨ ਦੇਹੇ ਬਿਨ ਸਸੀ, ਜਿਸ ਦਿਨ ਇਹ ਦੇਹ ਕਹਿੰਦੇ ਖਤਮ ਹੋਵੇਗੀ, ਦੇਹ ਢੇਰੀ ਹੋਵੇਗੀ, ਇਹ ਦੇਹ ਵਿੱਚੋਂ ਜਾਨ ਨਿਕਲ ਜਾਏਗੀ। ਤਿਤ ਵੇਲਾ ਕਹਿਸਨ ਪ੍ਰੇਤ। ਉਸ ਵੇਲੇ, ਉਸ ਦਿਨ ਇਹ ਦੇਹ ਨੂੰ ਕਹਿੰਦੇ ਸਾਰੇ ਪ੍ਰੇਤ ਪ੍ਰੇਤ ਕਹਿਣਗੇ। ਹੈ ਤਾਂ ਨਾ ਵੀ ਇਹ ਜਿਹੜੀ ਦੇਵ ਮਨੁੱਖ ਦੇ, ਇਹ ਦੇਵਤੇ ਨਾਲੋਂ ਮਹਾਨ ਹੈ।
ਬਾਣੀ ਵਿੱਚ ਲਿਖਿਆ ਇਹ ਦੇਹੀ ਕੋ ਸਿਮਰੈ ਦੇਵ, ਵੀ ਇਹ ਮਨੁੱਖ ਦੇਵੀ ਤੇ ਦੇਹ ਨੂੰ ਤਾਂ ਦੇਵਤੇ ਵੀ ਯਾਦ ਕਰਦੇ ਆ, ਵੀ ਇਹ ਮਨੁੱਖ ਦੇਹ ਵਿੱਚ ਅਸੀਂ ਪੁੰਨ ਕਰਕੇ ਇੱਥੇ ਆਏ ਹਾਂ। ਜੇ ਕਿਤੇ ਹੁਣ ਪਰਮੇਸ਼ਰ ਕਿਰਪਾ ਕਰਕੇ ਸਾਨੂੰ ਮਨੁੱਖ ਦੇਹ ਦੁਬਾਰਾ ਦੇ ਦੇ, ਅਸੀਂ ਬਹੁਤੇ ਪੁੰਨ ਦਾਨ ਕਰੀਏ, ਬਹੁਤੇ ਚੰਗ ਕਰੀਏ, ਇੱਦੋਂ ਵੀ ਅਸੀਂ ਜ਼ਿਆਦਾ ਉੱਚੇ ਪਦਵੀ 'ਤੇ ਜਾ ਪਹੁੰਚੀਏ। ਇਸ ਕਰਕੇ ਦੇਹੀ ਨਾਲੋਂ ਮਨੁੱਖ ਦੇਹੀ ਮਹਾਨ ਹੈ। ਤੇ ਪਰ ਜੇ ਇਹ ਕਹਿੰਦੇ ਰੱਬ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਹੋਰ ਨੂੰ ਪੂਜਦੀ ਹੈ, ਹੋਰ ਨੂੰ ਮੰਨਦੀ ਹੈ, ਫਿਰ ਇਹਦੀ ਬੜੀ ਦੁਰਸ਼ਤਾ ਹੁੰਦੀ ਹੈ। ਕਹਿੰਦੇ ਜਿਸ ਦਿਨ ਦੇਹ ਨਾਸ਼ ਹੋਵੇਗੀ, ਪਹਿਲਾਂ ਤਾਂ ਦੇਹ ਨੂੰ ਕਹਿੰਦੇ ਹੁਣ ਪ੍ਰੇਤ ਹੋ ਗਈ ਹੈ, ਅਪਵਿੱਤਰ ਹੋ ਗਈ, ਮੁਰਦਾ ਹੋ ਗਈ ਹੈ। ਤੇ ਤਵੇਲਾ ਕੈਸਨ ਫਿਰ ਉਸ ਵੇਲੇ ਹੀ ਸਾਰੇ ਕਹਿੰਦੇ ਹੁਣ ਪ੍ਰੇਤ ਹੋ ਗਏ, ਇਹ ਦੇਹ ਮੁਰਦਾ ਹੋ ਗਈ, ਤੈ ਢੇਰੀ। ਕਿੱਥੇ ਤਾਂ ਜੇ ਕੋਈ ਪਰਮੇਸ਼ਰ ਦੀ ਭਗਤੀ ਕਰਦਾ ਨਾ, ਲੋਕ ਆ ਕੇ ਮਰਵੇ ਤੋਂ ਉਹਨੂੰ ਸਾਧੂ ਨੂੰ ਮੱਥਾ ਟੇਕਦੇ ਆ, ਅਰਥੀ ਦੀ ਉਹਦੇ ਆ ਮੋਢੇ ਲਾਉਂਦੇ ਵੀ ਇਹ ਸਾਧੂ ਹੈ, ਰੱਬ ਦਾ ਭਗਤ ਹੈ, ਨਾਮ ਜਪਿਆ, ਇੱਥੇ ਇਹਦੇ ਵੀ ਆਪਾਂ ਮੋਢਾ ਲਾ ਲਓ, ਸਾਡਾ ਵੀ ਮੋਢਾ ਲਾ ਦੇਣੇ। ਨਹੀਂ ਤਾਂ ਫਿਰ ਬੁਰਾ ਹਾਲ ਹੀ ਹੁੰਦਾ ਹੈ, ਕੋਈ ਨਹੀਂ ਇਹ ਹੁੰਦਾ। ਜਿਸ ਦਿਨ ਦੇਹ ਬਿਨਸੀ ਤੇ ਵੇਲਾ ਕੈਸਨ ਪਏ, ਜਿਸ ਦਿਨ ਇਹ ਕਹਿੰਦੇ ਦੇਹ ਖਤਮ ਹੋਏਗੀ, ਮੁਰਦਾ ਹੋ ਜਾਏਗੀ, ਸਾਰੇ ਇਹਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਜਾਣਗੇ। ਇਹ ਤਾਂ ਬਈ ਹੁਣ ਅਪਵਿੱਤਰ ਹੋ ਗਿਆ ਹੈ, ਇਹ ਹੁਣ ਬਈ ਉਹ ਨਹੀਂ ਰਿਹਾ, ਇਹ ਤਾਂ ਹੁਣ ਹੋਰ ਹੀ ਹੋ ਗਿਆ ਹੈ। ਪਕੜ ਚਲਾਇਨ ਦੂਤ ਜਮ, ਹੋਰ ਕੀ ਸਜ਼ਾ ਮਿਲਦੀ ਹੈ? ਕਹਿੰਦੇ ਜਿਹੜੇ ਧਰਮਰਾਜ ਦੇ ਦੂਤ ਹੈ ਫੜ ਕੇ ਇਹਨੂੰ ਅੱਗੇ ਚਲਾ ਲੈਂਦੇ, ਅੱਗੇ ਧੋਰ ਲੈਂਦੇ, ਅੱਗੇ ਲਾ ਲੈਂਦੇ ਹਨ। ਕਿਸੈ ਨ ਦੇਨੀ ਭੇਤ, ਜਿਹੜੇ ਕੋਲੇ ਸਾਖ ਸੰਬੰਧੀ ਖੜੇ ਹੁੰਦੇ ਆ, ਪੁੱਤਰ ਧੀਆਂ ਘਰ ਵਾਲੀ ਖੜੀ ਹੈ, ਕਿਸੇ ਨੂੰ ਉਹ ਭੇਤ ਨਹੀਂ ਦਿੰਦੇ ਵੀ ਕਿੱਥੇ ਅਸੀਂ ਇਹਨੂੰ ਲੈ ਕੇ ਚੱਲੇ ਆ, ਉਹਨਾਂ ਨੂੰ ਕੋਈ ਪਤਾ ਨਹੀਂ ਚੱਲਦਾ ਹੈ। ਤੇ ਬਾਕੀ ਵੀ ਇਹ ਛੱਡ ਖੜੋਤੇ ਖਿਨਾ ਮਾਏ, ਇੱਕ ਖਿਣ ਦੇ ਵਿੱਚ ਹੀ ਕਹਿੰਦੇ ਛੱਡ ਕੇ ਪਰੇ ਹੋ ਕੇ ਖੜ ਜਾਂਦੇ ਆ, ਜਿਨ੍ਹਾਂ ਨਾਲ ਇਹਦਾ ਹੇਤ ਲੱਗਿਆ ਸੀ, ਪ੍ਰੇਮ ਲੱਗਿਆ ਵੀ ਮੇਰੇ ਆਪਣੇ ਹੈ। ਇਹਦਾ ਬਹੁਤਾ ਕੀ ਕਹਿਣਾ, ਕਰੋਨਾ ਵੇਲੇ ਤੁਸੀਂ ਦੇਖ ਲਓ, ਆ ਇੱਥੇ ਨੈੱਟ 'ਤੇ ਇੱਕ ਚੜ੍ਹੀ ਹੋਈ ਸੀ, ਪਿਓ ਕਰੋਨੇ ਦਾ ਨਾਲ ਮਰ ਗਿਆ, ਦੋਵੇਂ ਪੁੱਤ ਤੇ ਉਹਦੀ ਨੂੰਹ। ਤੇ ਉਹ ਪ੍ਰਸ਼ਾਸਨ ਵਾਲਾ ਨੇ ਕਿਹਾ ਵੀ ਤੁਹਾਡਾ ਪਿਓ ਆ ਕਰੋਨੇ ਦੇ ਕਰਕੇ ਮਰ ਗਿਆ, ਤੁਸੀਂ ਇਹਦੀ ਦੇਹ ਨੂੰ ਲੈ ਲਓ, ਸਰੀਰ ਨੂੰ ਲੈ ਜਾਓ ਇੱਥੋਂ। ਉਹ ਕਹਿੰਦਾ ਨਾ ਬਈ ਨਾ, ਅਸੀਂ ਨਹੀਂ ਇਹਦੀ ਦੇਹ ਨੂੰ ਲੈਣਾ ਹੈ। ਉਹ ਕਹਿੰਦੇ ਚਲੋ ਜੇ ਤੁਸੀਂ ਇਹ ਦੇਹ ਨਹੀਂ ਲੈਣੀ ਹੈ, ਸਰੀਰ ਨਹੀਂ ਲੈਣਾ ਹੈ, ਅਸੀਂ ਸਿਵਿਆਂ ਵਿੱਚ ਲਿਜਾ ਰਹੇ ਹਾਂ ਤੇ ਤੁਸੀਂ ਉੱਥੇ ਤਾਂ ਆ ਜਾਓ, ਨਹੀਂ ਕਹਿੰਦੇ ਤੁਸੀਂ ਇੱਥੇ ਹੀ ਸਾੜ ਦਿਓ ਪੁਲਿਸ ਵਾਲੇ, ਅਸੀਂ ਨਹੀਂ ਆਉਣਾ ਹੈ। ਉਹ ਜਾਣੀ ਜ਼ਬਰਦਸਤੀ ਕਹਿ ਕੇ ਉਹ ਕਹਿੰਦੇ ਚਲੋ, ਲੋਕ ਕਹਿੰਦੇ ਤੂੰ ਮੂੰਹ ਦੇਖਦੇ ਹੁੰਦੇ ਆ, ਤੇ ਮੂੰਹ ਤਾਂ ਦੇਖ ਲਓ, ਕਹਿੰਦੇ ਨਾ ਮੂੰਹ ਵੀ ਨਹੀਂ ਦੇਖਣਾ ਹੈ। ਨੈੱਟ 'ਤੇ ਚੜ੍ਹੀ ਹੋਈ ਹੈ ਵੀ ਉਹ ਫੋਟੋ ਵੀ ਆ, ਵੀ ਉਹ ਗੱਡੀ 'ਚ ਬੈਠੇ ਆ ਆਪਣੇ ਪੁੱਤ ਤੇ ਨੂੰਹ, ਤੇ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਵੀ ਕਿਤੇ ਕਰੋਨਾ ਦੀ ਬਿਮਾਰੀ ਸਾਨੂੰ ਨਾ ਲੱਗ ਜਾਏ। ਤੇ ਪੁਲਿਸ ਵਾਲਿਆਂ ਨੇ ਸਾਰਾ ਉਹਦਾ ਉਹਨਾਂ ਦਾ ਕਰਿਆ, ਉਹਨਾਂ ਦਾ ਉਵੇਂ ਉਹ ਜਿਵੇਂ ਬੋਰੀ 'ਚ ਪਾਇਆ ਹੁੰਦਾ, ਉਹ ਤੋਂ ਬੰਦ ਜਾ ਕੀਤਾ ਹੁੰਦਾ, ਲੱਕੜਾਂ ਜੱਕੀਆਂ ਤੇ ਸਾੜਤਾ। ਇੱਥੇ ਮਹਾਰਾਜ ਕਹਿੰਦੇ ਵੀ ਜਿਸ ਦਿਨ ਛੱਡ ਖੜੋਤੇ ਖਿਨਾ ਮਾਹੇ, ਇੱਕ ਖਿਨ ਵਿੱਚ ਅੱਖ ਖੋਲ੍ਹਣ ਵਿਚਣ ਦੇ ਸਮੇਂ ਵਿੱਚ ਛੱਡ ਕੇ ਕਹਿੰਦੇ ਪਰੇ ਹੋ ਜਾਂਦੇ ਹੈ। ਕਿਹੜੇ ਹੋ ਜਾਂਦੇ ਅੱਗੇ ਦੱਸਦੇ ਹਨ। ਜਿਨ ਸਿਓ ਲੱਗਾ ਹੇਤ, ਇਹਨਾਂ ਦੇ ਨਾਲ ਇਹਦਾ ਪ੍ਰੇਮ ਲੱਗਿਆ ਸੀ ਵੀ ਇਹ ਮੇਰੇ ਆਪਣੇ ਹਨ, ਵੀ ਮੇਰੇ ਔਖੇ ਵੇਲੇ ਸਹਾਈ ਕਰਨਗੇ, ਉਹ ਛੱਡ ਕੇ ਪਰੇ ਹੋ ਜਾਂਦੇ, ਕੋਈ ਨੇੜੇ ਨਹੀਂ ਢੁਕਦਾ ਹੈ। ਘਰ ਕੀ ਨਾਰ ਬਹੁਤ ਹਿਤ ਜਾਸਨ, ਸਦਾ ਰਹਿਤ ਸੰਗ ਲਾਗੀ, ਜਵੀ ਹੰਸ ਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਪ੍ਰੇਤ ਪ੍ਰੇਤ ਕਰਕੇ ਅੱਗੇ ਪਿੱਛੇ ਨੂੰ ਭੱਜ ਜਾਂਦੀ ਆ, ਜਿਹੜੀ ਘਰ ਵਾਲੀ ਵੀ ਹੈ। ਡੇਰੀ ਬੈਠੀ ਮੈਟੀਆ, ਡੇਰੀ ਰੋਵੈ ਖਟੀਆ ਲੈ ਗਏ ਭਾਈ। ਵੀ ਡੇਰੀ 'ਤੇ ਬੈਠੀ ਹੋਈ ਕਹਿੰਦੇ ਜਿਹੜੀ ਮਾਰ ਆਉਂਦੀ ਹੈ ਤੇ ਜਿਹੜੀ
ਖਟੀਆ ਕਹਿੰਦੇ ਉਹ ਜਿਹੜੀ ਉਹ ਖੱਟ ਹੈ ਜਾਣੀ ਉਹ ਅਰਥੀ ਹੈ, ਉਹਨੂੰ ਕਹਿੰਦੇ ਭਰਾ ਚੁੱਕ ਕੇ ਲੈ ਜਾਂਦੇ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੀ ਘਰ ਵਾਲੀ ਹੈ ਉਹ ਪੱਲਾ ਛਡਾ ਕੇ ਉਹ ਐਵੇਂ ਚਾਂਗਾ ਜਿਹੀਆਂ ਮਾਰਦੀ ਹੈ, ਅੰਦਰਲਾ ਵਿਚਾਰਾ ਇਕੱਲਾ ਹੀ ਜਾਂਦਾ ਹੈ। ਉਹ ਨਾ ਤਾਂ ਘਰ ਵਾਲੀ ਨਾਲ ਜਾਂਦੀ ਹੈ, ਨਾ ਮਾਂ ਪਿਓ ਜਾਂਦੇ ਹੈ, ਨਾ ਹੋਰ ਕੋਈ ਜਾਂਦਾ ਹੈ। ਹੰਸ ਅਕੇਲਾ ਜਾਈ, ਜੀ ਵਿਚਾਰਾ ਅੰਦਰੋਂ ਨਿਕਲ ਕੇ ਇਕੱਲਾ ਜਾਂਦਾ ਹੈ। ਇੱਥੇ ਕਹਿ ਰਹੇ ਹਨ ਜਿਨ ਸਿਓ ਲੱਗਾ ਹੇਤ। ਜਿਨ੍ਹਾਂ ਦਾ ਇਹਦੇ ਨਾਲ ਬੜਾ ਮੋਹ ਪਿਆਰ ਲੱਗਿਆ ਸੀ, ਇਹ ਮੇਰੇ ਆ ਮੇਰੇ ਆ, ਉਹ ਛੱਡ ਕੇ ਇਹ ਖਿੰਦੇ ਵੀ ਪਰੇ ਹੋ ਕੇ ਖੜ ਜਾਂਦੇ, ਨੇੜੇ ਨਹੀਂ ਕੋਈ ਢੁਕਦਾ, ਇਸ ਦਾ ਵਿਪਤ ਪਰੀ ਸਭ ਹੀ ਸੰਗ ਛਾੜਤ। ਹੱਥ ਮਰੋੜੈ ਤਨ ਕਪੇ। ਜਿਹੜੇ ਜਮਦੂਤ ਹੈ ਇਹਦੇ ਹੱਥ ਜਾਂ ਮਰੋੜਦੇ ਆ ਤੇ ਸਰੀਰ ਨੂੰ ਵੀ ਇਸ ਸੂਖਮ ਸਰੀਰ ਵਿੱਚੋਂ ਕੱਟਦੇ ਇਹਦੇ ਨੂੰ, ਜਾਂ ਇਹ ਵੀ ਹੱਥ ਜੇ ਮਰਦਾ ਬਈ ਇਹ ਪਛਤਾਉਂਦਾ ਜਿਵੇਂ ਅੱਜ ਵੀ ਮੈਂ ਇਹ ਕੀ ਕਰ ਬੈਠਾ, ਮੈਂ ਇਹਨਾਂ ਨੂੰ ਆਪਣੇ ਸਮਝਦਾ ਸੀ, ਇਹ ਹੁਣ ਇੱਕ ਖਿੰਨਵੀ ਛੱਡ ਕੇ ਪਰੇ ਹੋ ਕੇ ਖੜ ਗਏ ਹੈ। ਕਹਿੰਦੇ ਉਹ ਬੜਾ ਹੱਥ ਜੇ ਮਰਦਾ ਪਛਤਾਉਂਦਾ ਤੇ ਸਰੀਰ ਬੜਾ ਭੈ ਕਰਕੇ ਜਮਦੂਤਾਂ ਨੂੰ ਦੇਖਦੇ ਕਿਹਦਾ ਕਪਾ ਕੀ ਹੈ, ਕੰਬਦਾ ਹੈ। ਦੇਵੀ ਉਹ ਵੀ ਕੰਬਦਾ ਅੰਦਰਲਾ ਜਿਹੜਾ ਅਜੀਬ ਆਤਮਾ ਹੈ, ਤੇ ਹੱਥ ਜਾ ਵੀ ਇਹ ਮਲਦਾ ਹੈ, ਸੁਖਮ ਸਰੀਰ ਵਿੱਚ ਪ੍ਰਤੀਤ ਹੁੰਦਾ ਹੈ। ਜਾਏ ਉਹ ਇਹਦਾ ਹੱਥ ਮਰੋੜਦੇ ਹੈ, ਆ ਕੇ ਹੱਥ ਜਾ ਮਰੋੜਦੇ ਬਾਂਹ ਤੋਂ ਫੜ ਕੇ ਤੇ ਸੂਖਮ ਸਰੀਰ ਨੂੰ ਵਿੱਚੋਂ ਸੂਲ ਸਰੀਰ ਵਿੱਚੋਂ ਕੱਢ ਲੈਂਦੇ ਹਨ। ਸਿਆਹ ਹੋਆ ਸੇਤ। ਪਹਿਲਾਂ ਕਹਿੰਦੇ ਹੈ ਖੂਨ ਹੋਣ ਕਰਕੇ ਵਧੀਆ ਕਾਲਾ ਸੀ, ਦਗਦਾ ਕਰਦਾ ਸੀ, ਫਿਰ ਜਦੋਂ ਸਰੀਰ ਵਿੱਚੋਂ ਕੱਢ ਲੈਂਦੇ ਨਾ ਜਿੰਦ ਜਾਨ, ਫਿਰ ਪੈ ਕਰਕੇ ਜਿਹੜਾ ਪਹਿਲਾਂ ਤਾਂ ਕਾਲਾ ਜਿਹਾ ਸੀ ਖੂਨ ਜੰਮ ਜਾਂਦਾ, ਤੇ ਫਿਰ ਕਹਿੰਦੇ ਬਸ ਸਿਹਤ ਹੋ ਜਾਂਦਾ, ਬੱਗਾ ਫੂਸ ਹੋ ਜਾਂਦਾ ਹੈ। ਉਸ ਸਰੀਰ ਵਿੱਚ ਉਹਦਾ ਖੂਨ ਹੀ ਖਤਮ ਹੋ ਗਿਆ, ਖੂਨ ਕਰਕੇ ਚਮਕ ਦਮਕ ਹੈ, ਉਹ ਖਤਮ ਹੋ ਗਿਆ ਤੇ ਬਸ ਫਿਰ ਚਿੱਟਾ ਹੋ ਜਾਂਦਾ ਹੈ, ਫਿਰ ਬੱਗਾ ਫੂਸ ਹੋ ਜਾਂਦਾ ਹੈ। ਕੋਈ ਇਹਦੇ ਨੇੜੇ ਨਹੀਂ ਢੁਕਦਾ ਹੈ। ਜੇ ਇਹਨੇ ਗੁਰੂ ਪਰਮੇਸ਼ਰ ਨੂੰ ਜਪਿਆ ਹੁੰਦਾ ਫਿਰ ਇਹਦੇ 100 ਸਾਥੀ ਨੇੜ ਹੁੰਦਾ, 100 ਮੋਢਾ ਦੇਣ ਵਾਲੇ ਹੁੰਦੇ, 100 ਇਹਨੂੰ ਮੰਨਣ ਵਾਲੇ ਹੁੰਦੇ। ਇਹਨੇ ਗੁਰੂ ਪਰਮੇਸ਼ਰ ਨੂੰ ਛੱਡ ਦਿੱਤਾ ਹੈ, ਭਰਮ ਵਿੱਚ ਭੁੱਲਿਆ ਹੋਰਨਾਂ ਨੂੰ ਮੰਨੀ ਪੂਜਿਆ, ਇਸ ਕਰਕੇ ਧੱਕੇ ਹੀ ਪੈਂਦੇ ਹਰ ਥਾਂ। ਜਿਹਾ ਬੀਜੈ ਸੋ ਲੁਣੈ। ਮਾਰਾ ਕਹਿੰਦੇ ਵੀ ਰੱਬ ਦਾ ਤੇ ਗੁਰੂ ਦਾ ਤੇ ਸਾਧੂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਹੈ। ਕਹਿੰਦੇ ਕਰਮਾ ਸੰਦੜਾ ਖੇਤ। ਇਹ ਜਿਹੜੀ ਸਰੀਰ ਹੈ ਨਾ, ਧਰਤੀ ਵਾਂਗ ਹੈ, ਤੇ ਇਹ ਸਰੀਰ ਕਹਿੰਦੇ ਜਿਹੜਾ ਸਰੀਰ ਹੈ ਕਰਮਾਂ ਦਾ ਖੇਤ ਹੈ। ਇਹ ਸਰੀਰ ਰੂਪੀ ਧਰਤੀ ਜਿਹੋ ਜਿਹਾ ਕੋਈ ਕਰਮ ਰੂਪ ਬੀਜ ਬੀਜਦਾ, ਜਿਹੋ ਜਿਹਾ ਇਸ ਸਰੀਰ ਨਾਲ ਕੋਈ ਕਰਮ ਕਰਦਾ ਹੈ, ਉਹੇ ਜਿਹਾ ਇਹਨੂੰ ਫਲ ਮਿਲਦਾ ਹੈ। ਨਾਨਕ ਪ੍ਰਭ ਬੀਜਿਆ ਜਿਹੋ ਜਿਹਾ ਕਰਮ ਰੂਪ ਬੀਜਦਾ, ਉਹੇ ਜਿਹਾ ਲੁਣਾ, ਉਹੇ ਜਿਹਾ ਵੱਢਦਾ ਹੈ। ਜਿਹੋ ਜਿਹਾ ਨੇ ਕਰਮ ਕੀਤਾ ਉਹੇ ਜਿਹਾ ਦੁੱਖ ਸੁੱਖ ਭੋਗਦਾ ਹੈ। ਨਾਨਕ ਪ੍ਰਭ ਸਰਣਾਗਤੀ। ਮਹਾਰਾਜ ਕਹਿੰਦੇ ਵੀ ਜਿਹੜੇ ਜੀਵ ਪ੍ਰਭੂ ਦੀ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ, ਚਾਰਨ ਬੋਹਿਤ ਪ੍ਰਭ ਦੇਤ। ਪਰਮੇਸ਼ਰ ਕਿਰਪਾ ਕਰਕੇ ਗੁਰੂ ਦੁਆਰਾ ਉਹਨਾਂ ਨੂੰ ਆਪਣੇ ਚਰਨਾਂ ਰੂਪੀ ਜਹਾਜ਼ ਦੇ ਦਿੰਦਾ, ਆਪਣੇ ਚਰਨਾਂ ਦੇ ਨਾਮ ਦਾ ਸਹਾਰਾ ਬਖਸ਼ਦਾ ਹੈ। ਗੁਰੂ ਦੁਆਰਾ ਆਪਣੇ ਨਾਮ ਰੂਪੀ ਜਹਾਜ਼ ਤੇ ਚੜਾ ਲੈਂਦਾ ਹੈ। ਨਹਿਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ। ਉਹ ਮੁਕਤੀ ਰੂਪੀ ਕਿਨਾਰੇ ਤੇ ਜਾ ਪਹੁੰਚਦੇ ਹਨ। ਸੇ ਭਾਦੋਏ ਨਰਕ ਨਾ ਪਾਈ ਹੈ। ਅਖੀਰਲੀ ਪੰਕਤੀ ਵਿੱਚ ਕਹਿੰਦੇ ਵੀ ਬਾਕੀਆਂ ਨੂੰ ਤਾਂ ਰੂਹਾਂ ਨੂੰ ਨਰਕਾਂ ਵਿੱਚ ਸੁੱਟਿਆ ਜਾਂਦਾ ਹੈ। ਇੱਕ ਗੱਲ ਹੈ, ਮਹਾਰਾਜ ਕਹਿੰਦੇ ਉਹ ਭਾਦੋਂ ਦੀ ਮਹੀਨਾ ਕਹਿੰਦੇ ਉਹ ਨਰਕਾਂ ਵਿੱਚ ਨਹੀਂ ਪਾਏ ਜਾਂਦੇ, ਉਹਨਾਂ ਨੂੰ ਨਰਕਾਂ ਵਿੱਚ ਨਹੀਂ ਸੁੱਟਿਆ ਜਾਂਦਾ ਹੈ। ਗੁਰ ਰੱਖਣ ਵਾਲਾ ਹੇਤ। ਜਿਹੜਾ ਗੁਰੂ ਦੇ ਨਾਲ ਪ੍ਰੇਮ ਪਿਆਰ ਰੱਖਣ ਵਾਲਾ ਹੈ, ਜਿਹੜੀ ਗੁਰੂ ਕਹਿੰਦੇ ਰੱਖਿਆ ਕਰਨ ਵਾਲੇ ਹੇਤ ਕੀ ਹੈ ਨਾ। ਹੁਣ ਜੇ ਕੋਈ ਗੁਰੂ ਵਾਲਾ ਬਣਿਆ ਹੋਵੇ ਫੇਰ ਹੀ ਗੁਰੂ ਰੱਖਿਆ ਕਰੂਗਾ। ਜੇ ਹੁਣ ਕੋਈ ਗੁਰੂ ਨੂੰ ਤਾਂ ਰੱਖਿਆ ਮੰਨਦਾ ਨਹੀਂ ਹੈ, ਗੁਰੂ ਨੂੰ ਛੱਡ ਕੇ ਹੋਰਨਾਂ ਨੂੰ ਮੰਨਦਾ ਪੂਜਦਾ, ਹੋਰ ਕੋਈ ਤਾਂ ਕੇ ਧੱਕੇ ਖਾਂਦਾ,
ਫਿਰ ਗੁਰੂ ਨੇ ਥੋੜ੍ਹਾ ਰੱਖਿਆ ਕਰਨੀ ਹੈ। ਇਹ ਤਾਂ ਗੁਰੂ ਵਾਲਾ ਮੰਨੋ, ਗੁਰੂ ਨੂੰ ਮੰਨੋ, ਗੁਰੂ ਉਹਦੀ ਰੱਖਿਆ ਕਰੂਗਾ। ਇੱਥੇ ਮਹਾਰਾਜ ਭੁਲੇਖਾ ਕੱਢ ਲਿਆ ਵੀ ਸੇ ਭੱਦ ਨਰਕ ਨਾ ਪਾਈਏ, ਉਹ ਰੂਹਾਂ ਨਰਕਾਂ ਵਿੱਚ ਨਹੀਂ ਪਾਈਆਂ ਜਾਣਗੀਆਂ ਜਿਨ੍ਹਾਂ ਦੀ ਗੁਰੂ ਰੱਖਿਆ ਕਰਨ ਵਾਲਾ ਹੈ, ਜਾਂ ਜਿਹੜੇ ਗੁਰੂ ਨਾਲ ਹੇਤ ਕੀ ਪ੍ਰੇਮ ਰੱਖਣ ਵਾਲੇ ਹੈ, ਹਿਤ ਰੱਖਣ ਵਾਲੇ। ਉਹ ਕੌਣ ਹੈ? ਗੁਰੂ ਕੇ ਸਿੱਖ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਦੀ ਕਿਰਿਆ ਕਰਕੇ ਬਾਣੀ ਪੜ੍ਹਦੇ, ਨਾਮ ਜਪਦੇ, ਗੁਰੂ ਘਰ ਜਾ ਕੇ ਮੱਥਾ ਟੇਕਦੇ, ਉਹ ਗੁਰੂ ਨਾਲ ਪ੍ਰੇਮ ਰੱਖਦੇ, ਉਹ ਫਿਰ ਨਰਕਾਂ ਵਿੱਚ ਨਹੀਂ ਪਾਏ ਜਾਂਦੇ ਹਨ। ਉਹ ਨਰਕਾਂ ਤੋਂ ਬਚ ਜਾਂਦੇ ਹੈ। ਦੂਰ ਰਹੀ ਉਹ ਜਾਂਤੇ ਬਾਟ। ਉਹ ਤਾਂ ਰਸਤਾ ਜਿਹੜਾ ਜਮਾ ਦਾ ਨਾ, ਉਹ ਕਹਿੰਦੇ ਉਹ ਰਸਤਾ ਹੀ ਉਹਨਾਂ ਤੋਂ ਹੋਰ ਰਹਿ ਜਾਂਦਾ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਏ ਨਾ ਕਮਹੂ ਮਰਤੇ ਪਾਰ ਬ੍ਰਹਮ ਸੰਘਾਰੇ। ਨਾ ਤਾਂ ਆਉਂਦੇ ਜਾਂਦੇ ਜੰਮਦੇ ਬੰਦੇ, ਨਾ ਨਰਕਾਂ ਵਿੱਚ ਪੈਂਦੇ ਹੈ। ਉਹਦਾ ਸਰੀਰ ਛੱਡ ਕੇ ਪਰਮੇਸ਼ਰ ਦੇ ਸੰਗੀ ਸਾਥੀ ਹੋ ਜਾਂਦੇ ਹੈ, ਪਰਮੇਸ਼ਰ ਵਿੱਚ ਅਪੇਰ ਹੋ ਜਾਂਦੇ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਵਾਲਾ ਉਹ ਕੌਤਕ ਵਰਤ ਜਾਂਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਦੋਂ ਦੇ ਮਹੀਨੇ ਦੁਆਰਾ ਉਪਦੇਸ਼ ਦਿੱਤਾ, ਭਾਈ ਭਰਮ ਭੁਲੇਖੇ ਛੱਡ ਕੇ ਤੇ ਗੁਰੂ ਦੇ ਨਾਲ ਪ੍ਰੇਮ ਪਿਆਰ ਰੱਖੋ। ਆ ਲੋਕਾਂ ਦੇ ਭਰਮ ਭੁਲੇਖਿਆਂ ਵਿੱਚ ਪੈ ਕੇ ਇੱਧਰ ਉੱਧਰ ਨਾ ਭਟਕੋ, ਨਹੀਂ ਫਿਰ ਦੁਖੀ ਹੋਵੋਗੇ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਜ ਦੇ ਮਹੀਨੇ ਦੁਆਰਾ ਉਪਦੇਸ਼ ਦੇ ਦਿੱਤਾ ਹੈ। ਜਿਹੜਾ ਵੀ ਇਹ ਗੁਰੂ ਦੇ ਉਪਦੇਸ਼ ਨੂੰ ਮੰਨ ਲਏਗਾ ਉਹ ਨਰਕਾਂ ਤੋਂ ਬਚ ਜਾਏਗਾ। ਜੇ ਵੀ ਨਹੀਂ ਗੁਰੂ ਦੀ ਮੰਨੇਗਾ, ਇਹ ਭਰਮ ਭੁਲੇਖਿਆਂ ਵਿੱਚ ਪੈ ਕੇ ਇਹਨਾਂ ਨੂੰ ਮੰਨੇ ਪੂਜੇਗਾ, ਫਿਰ ਜਦੋਂ ਡਿੱਗੇ ਨਾ ਫਿਰ ਉਹਨੂੰ ਪਛਤਾਉਣਾ ਜ਼ਰੂਰ ਪੈ ਜਾਊਗਾ। ਇਹ ਤਾਂ ਆਪ ਪਛਤਾਏ ਕਿਆ ਹੁਆ ਜੋ ਚਿੜੀਆਂ ਚੋਗੀ ਖੇਤ, ਜਿਵੇਂ ਕਹਾਵਤ ਨੇ ਕਹਿੰਦੇ ਫਿਰ ਪਛਤਾਇਆ ਜਦੋਂ ਖੇਤ ਨੂੰ ਚਿੜੀਆਂ ਹੀ ਚੁਗ ਗਈਆਂ, ਉਹ ਹੀ ਕਹਿੰਦੇ ਖੜੱਪ ਕਰ ਗਈਆਂ। ਉਹ ਜਦੋਂ ਮਰਨ ਦਾ ਸਮਾਂ ਹੀ ਆ ਗਿਆ, ਫਿਰ ਇਹ ਕਹਿੰਦੇ ਫਿਰ ਕੀ ਕਰੂਗਾ, ਫਿਰ ਕੁਛ ਨਹੀਂ ਹੁੰਦਾ ਹੈ। ਫਿਰ ਤਾਂ ਹੱਥ ਵਿੱਚ ਪਛਤਾਵਾ ਰਹਿ ਜਾਂਦਾ ਹੈ। ਇਹ ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲਦੇ ਹੈ, ਉਦੋਂ ਪਹਿਲਾਂ ਵੈਸੇ ਵੀ ਇਹ ਖਤਮ ਹੋਣ ਤੋਂ ਪਹਿਲਾਂ ਇਹ ਚੰਗੇ ਸ਼ੁਭ ਕਰਮ ਕਰ ਲਏ, ਜਿਹੜੇ ਗੁਰੂ ਦਾ ਉਪਦੇਸ਼ ਮੰਨ ਲੈ, ਗੁਰੂ ਦੇ ਮਾਰਗ 'ਤੇ ਚੱਲਿਆ ਜਾਏ, ਫਿਰ ਹੀ ਲੋਕ ਸੁਖੀ ਤੇ ਪਰਲੋਕ ਸਹੇਲਾ ਹੋ ਸਕਦਾ ਹੈ। ਲੋ ਆਪਾਂ ਇੱਥੇ ਹੁਣ ਸਮਾਪਤੀ ਕਰੀਏ। ਜੋ ਇਹ ਵਿਚਾਰਾਂ ਕਰਦੀਆਂ ਕੋਈ ਸੁੱਖਾਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ਣ ਹੈ, ਸੰਗਤਾਂ ਵੀ ਬਖਸ਼ਣ ਯੋਗ ਹੈ। ਮਾਤਰ ਨੇ ਜੋ ਗੁਰੂ ਮਹਾਰਾਜ ਨੇ ਕਿਹਾ ਉਹ ਕਹਿ ਦਿੱਤਾ ਹੈ ਬਾਣੀ ਰੂਪ ਵਿੱਚ। ਮੰਨਣਾ ਨਾ ਮੰਨਣਾ ਹੁਣ ਸਾਡੇ 'ਤੇ ਨਿਰਭਰ ਹੈ। ਜਿਹੜੇ ਮੰਨ ਲੈਣਗੇ ਗੁਰੂ ਉਹਨਾਂ ਦੀ ਰੱਖਿਆ ਕਰਨਗੇ, ਜਿਹੜੇ ਗੁਰੂ ਦੀ ਨਹੀਂ ਮੰਨਣਗੇ ਉਹ ਆਪਣਾ ਕੀਤਾ ਆਪ ਹੀ ਪਾਉਣਗੇ, ਆਪ ਹੀ ਦੁਖੀ ਹੋਣਗੇ। ਫਿਰ ਪਛਤਾਉਣਾ ਪਏਗਾ, ਫਿਰ ਕੁਝ ਹੱਥ ਵਿੱਚ ਨਹੀਂ ਆਵੇਗਾ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਥ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ ਹੈ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे आचित हे पार ब्रह्म अविनाशी अगनाश, हे पूरन हे सर्वमय दुख पंजन गुणतास, हे संगी हे निरंकार, हे निर्गुण सवटे, हे गोविंद हे गुण निधान, जाके सदा विवेक, हे अपरंपर हर हरे, है पी होवन हार, हे संतां कै सदा संग, निदारा आधार, हे ठाकुर हों दासरो,
मैं निर्गुण गुण नहीं कोय, नानक दीजै नाम दान रखो हिया परोय। आए प्रभ शरणागति कृपा निध दयाल, एक ही अखर हर मन वसत नानक होत निहाल। वाहिगुरु नाम जहाज है चढ़े सो तरे पार, जो सरदा कर सेवंदे पारे उतारन हार। जो सरदा कर सेवंदे पारे उतारन हार। तुम ठाकुर